ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 1381 ਅੰਗ ਤੋਂ ਗਿਆਨ ਲੈ ਰਹੇ ਜੀ। ਆਪਣੇ ਫਰੀਦ ਜੀ ਦੇ ਜਿਹੜੇ ਸ਼ਲੋਕ 68ਵਾਂ ਸ਼ਲੋਕ ਆਪਾਂ ਲੈ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਨੇ ਕੱਲ੍ਹ ਜਿਹੜਾ ਹੈਗਾ 67ਵਾਂ ਸ਼ਲੋਕ ਲਿਆ ਸੀ। ਫਰੀਦ ਜੀ ਨੇ ਉਹਦੇ ਵਿੱਚ ਗਿਆਨ ਦਿੱਤਾ ਸੀ, ਭਾਈ ਇਹ ਜਿਹੜਾ ਤੈਨੂੰ ਸਰੀਰ ਦਿੱਤਾ ਆ ਇਹਦਾ ਜਿਹੜਾ ਹੈਗਾ ਇਹ ਬਹੁਤ ਹੀ ਇਹਦੀ ਪਾਇਆ ਬਹੁਤ ਕੱਚੀ ਹੈਗੀ, ਔਰ ਇਹ ਜਿਹੜਾ ਹੈਗਾ ਸਰੀਰ ਤੇਰਾ ਜਿਹੜਾ ਹੈਗਾ ਇਹ ਚਲੇ ਜਾਣਾ ਹੈ ਤੇਰੇ ਕੋਲ। ਔਰ ਇਹ ਮਨੁੱਖੀ ਸਰੀਰ ਜਿਹੜਾ ਹੈਗਾ ਦੁਬਾਰਾ ਨਹੀਂ ਮਿਲਦਾ ਭਾਈ। ਦੁਬਾਰਾ ਮਿਲੂਗਾ ਤਦ ਜੇ ਆਪਾਂ ਫਿਰ ਜੋ ਕਾਰਨ ਸਰੀਰ ਜੋ ਆਪਾਂ ਨੇ ਵਧਾ ਲਿਆ ਆ ਇਹ ਜਿਹੜਾ ਹੈਗਾ ਵਾਪਸ ਇਹ ਉਸ ਲੈਵਲ 'ਤੇ ਆਏ ਜਿੱਥੇ ਕਿ ਮਨੁੱਖੀ ਸਰੀਰ ਮਿਲਣਾ ਹੈ ਆਪਾਂ ਨੂੰ। ਉਹ ਲੈਵਲ ਤਾਂ ਜਾ ਕੇ ਮਨੁੱਖੀ ਸਰੀਰ ਮਿਲਦਾ ਆ, ਔਰ ਉਹਦੇ ਵਾਸਤੇ ਕਾਫੀ ਜਿਹੜਾ ਹੈਗਾ ਜੂਨਾਂ ਦੇ ਵਿੱਚ ਗਤੀ ਹੋ ਜਾਂਦੀ ਹੈ। ਫਰੀਦਾ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ। ਕਹਿੰਦੇ ਭਾਈ ਉਹ ਇਸ ਤਰ੍ਹਾਂ ਹੋ ਜਾਣਾ ਫਿਰ ਤੇਰਾ। ਕੇਤੜਿਆਂ ਯੁੱਗ ਵਾਪਰੇ ਇਕੱਤ ਪਿਆ ਪਾਸ। ਕਿੰਨਾ ਸਮਾਂ ਗੁਜ਼ਰ ਜਾਂਦਾ ਹੈ ਭਾਈ। ਇਹ ਥੋੜ੍ਹੀ ਜਿਹੀ ਮਨੁੱਖੀ ਸਰੀਰ ਜਿਹੜੀ ਹੈਗੀ 100 ਸਾਲ ਸਮਝ ਲਓ ਵੱਧ ਤੋਂ ਵੱਧ। ਅਤੇ ਇਹਦੇ ਵਾਸਤੇ ਜੇ ਆਪਾਂ ਜਿਹੜੇ ਹੈਗੇ ਆ ਇਕੱਲਾ ਇਹ ਦੁਨੀਆ ਦੇ ਭੋਗ ਦੁਨੀਆ ਦੇ ਪਦਾਰਥ ਇਹਨਾਂ ਦੇ ਵਾਸਤੇ ਜੇ ਆਪਾਂ ਜੀਏ ਅਤੇ ਭਾਈ ਬਹੁਤ ਹੀ ਸਸਤੇ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਕਾਲ ਜਿਹੜਾ ਹੈਗਾ ਬਹੁਤ ਸਸਤੇ ਦੇ ਵਿੱਚ ਨਿਪਟਾ ਦਿੰਦਾ ਹੈ ਆਪਾਂ ਨੂੰ। ਅਤੇ ਇਹੀ ਚੀਜ਼ ਜਿਹੜਾ ਹੈ ਹੁਣ 68ਵੇਂ ਸ਼ਲੋਕ ਦੇ ਵਿੱਚ ਕਬੀਰ ਜੀ ਜਿਹੜਾ ਆਪਣੇ ਫਰੀਦ ਜੀ ਕਹਿ ਰਹੇ ਆ, ਫਰੀਦਾ ਭੰਨੀ ਘੜੀ ਸਵੰਨਵੀ ਟੁੱਟੀ ਨਾਗਰ ਲੱਜ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਦੂਸਰੇ ਲਿੰਕ ਭੇਜ ਦਿਓ ਵੀਰ ਜੀ ਆਪਣੇ ਆਤਮ ਗਿਆਨ ਸਾਧਨਾ 'ਚ। ਕੋਈ ਵੀ ਭੇਜ ਦਿਓ ਜੀ ਦਵਿੰਦਰ, ਕੋਈ ਵੀ ਭੇਜ। ਹਾਂਜੀ ਮੈਂ ਵੈਸੇ ਓਕੇ ਪੰਨੀ ਘੜੀ ਸਵੰਨਵੀ ਟੁੱਟੀ ਨਾਗਰ ਲੱਜ। ਕਹਿੰਦੇ ਅੱਜ ਜਿਹੜਾ ਹੈਗਾ ਇਹ ਕਹਿੰਦੇ ਕਿਤੇ ਇਹ ਜਿਹੜੇ ਇਹਦਾ ਮੌਤ ਦਾ ਫਰਿਸ਼ਤਾ ਜਿਹੜਾ ਅਜਰਾਇਲ ਹੈਗਾ, ਅਜਰਾਇਲ ਫਰਿਸ਼ਤਾ ਕਹਿ ਕਰ ਨਾਠੀ ਅੱਜ। ਨਾਠੀ ਕਹਿੰਦੇ ਆ ਬਈ ਕਿਹਦੇ ਘਰ ਜਿਹੜਾ ਹੈਗਾ ਇਹ ਅਜਰਾਇਲ ਫਰਿਸ਼ਤਾ ਜਿਹੜਾ ਹੈਗਾ ਇਹ ਮੌਤ ਦਾ ਫਰਿਸ਼ਤਾ ਜਿਹੜਾ ਹੈਗਾ ਜਮਦੂਤ ਜਿਹੜੇ ਹੈਗੇ ਇਹਨਾਂ ਦੀ ਅੱਜ ਕਿਹਦੇ ਘਰ ਇਹਨਾਂ ਦਾ ਮਹਿਮਾਨ ਨਿਵਾਜੀ ਹੋਣ ਵਾਲੀ ਆ। ਕਿਹਦੇ ਘਰ ਇਹ ਜਿਹੜੇ ਹੈਗੇ ਪ੍ਰਾਹੁਣੇ ਹੈਗੇ ਆ। ਫਰੀਦਾ ਭੰਨੀ ਘੜੀ ਸਵੰਨਵੀ ਕਹਿੰਦੇ ਸੋਹਣਾ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ ਘੜੀ ਮਤਲਬ ਘੜਾ ਇਹਨੂੰ ਭੰਨ ਦਿੱਤਾ। ਇੰਨੇ ਸੋਹਣੇ ਸਰੀਰ ਨੂੰ ਭੰਨ ਦਿੱਤਾ। ਔਰ ਸਵਾਸਾਂ ਦੀ ਜਿਹੜੀ ਹੈਗੀ ਨਾਗਰ ਲੱਜ ਇਹ ਸਵਾਸਾਂ ਦੀ ਰੱਸੀ ਜਿਹੜੀ ਹੈਗੀ ਆ ਇਹ ਤੋੜ ਦਿੱਤੀ। ਅਜਰਾਇਲ ਫਰਿਸ਼ਤਾ ਕਹਿ ਕਰ ਨਾਠੀ ਅੱਜ। ਕਹਿੰਦੇ ਇਹ ਮੌਤ ਦਾ ਫਰਿਸ਼ਤਾ ਜਿਹੜਾ ਹੈਗਾ ਇਹ ਕਿਹਦਾ ਮਹਿਮਾਨ ਹੈ ਅੱਜ, ਕਿਹਦੇ ਘਰ ਇਹਨੇ ਉਤਾਰਾ ਕੀਤਾ ਆ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉਹ ਕਹਿ ਰਹੇ ਨੇ ਜੇਕਰ ਅਸੀਂ ਇੱਕੋ ਹੀ ਦਿਸ਼ਾ ਦੇ ਵੱਲ ਗਤੀ ਕਰਾਂਗੇ ਤੇ ਫਿਰ ਸਾਡੇ ਜੀਵਨ 'ਚ ਉਚਾਈ ਕਿੱਥੋਂ ਆਉਣੀ ਜੇ ਆਪਾਂ ਇਕੱਲੇ ਸੰਸਾਰ ਵੱਲ ਹੀ ਤੁਰੇ ਜਾਵਾਂਗੇ। ਹੁਣ ਸੰਸਾਰ ਦੇ ਵਿੱਚ ਜਦੋਂ ਆਪਾਂ ਤੁਰੇ ਜਾਂਦੇ ਹਾਂ ਔਰ ਇੱਕ ਸਮਾਂ ਆਉਂਦਾ ਹੈ ਕਹਿੰਦੇ ਸਰੀਰ ਜਿਹੜਾ ਹੈ ਇਹਦੀ ਮਨਿਆਦ ਆ, ਇਹਦੀ ਵੈਲਿਡਿਟੀ ਹੈਗੀ ਹੈ। ਜਿੱਦਾਂ ਤੁਸੀਂ ਮੈਡੀਸਨ ਖਰੀਦਦੇ ਜੋ ਨਾ ਉੱਤੇ ਲਿਖਿਆ ਹੁੰਦਾ ਡੇਟ ਆਫ ਮੈਨੂਫੈਕਚਰਰ ਤੇ ਡੇਟ ਆਫ ਐਕਸਪਾਇਰੀ। ਇਸੇ ਤਰ੍ਹਾਂ ਇਹ ਸਰੀਰ ਦੀ ਮਨਿਆਦ ਆ ਔਰ ਬੰਦੇ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਕਿ ਇਹ ਲਿਮਿਟਡ ਪੀਰੀਅਡ ਹੈ। ਵੈਸੇ ਵੇਖਣ ਨੂੰ 100 ਸਾਲ ਬੜਾ ਲੱਗਦਾ ਪਰ ਹੈ ਸੁਪਨੇ ਵਾਂਗੂ ਹੀ ਆ। ਬਿਲਕੁਲ
ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ 70 ਸਾਲ ਦੇ ਕਦੋਂ ਹੋਗੇ ਜਾਂ 60 ਸਾਲ ਦੇ। ਵੈਸੇ ਤੁਸੀਂ ਕਰਮਾਂ ਵਾਲੇ ਹੋਗੇ ਤੇ 70 80 ਨੂੰ ਹੱਥ ਲਾ ਲੋਗੇ। ਕਾਫੀ ਜ਼ਿਆਦਾ ਲੋਕ ਤੇ ਪਹਿਲੇ ਬੁੜਕ ਜਾਂਦੇ ਆ, ਗਰੰਟੀ ਨਹੀਂ ਹੈਗੀ। ਸੋ ਉਹੀ ਇਹ ਕਹਿ ਰਹੇ ਨੇ ਕਿ ਇਹ ਜਿਹੜਾ ਸਮਾਂ ਹੈ ਤੂੰ ਇਹਨੂੰ ਦੇਖੋ ਸੰਗਤ ਤੁਹਾਨੂੰ ਕੀ ਕਹਿ ਰਹੀ ਹੈ। ਸੰਗਤ ਕੇਵਲ ਸਾਡੇ ਅੰਦਰ, ਸਾਡੀ ਜਿਹੜੀ ਅੰਦਰ ਮਤਲਬ ਕੋਈ ਕੈਪੈਸਿਟੀ ਹੈ, ਸਾਡੇ ਅੰਦਰ ਸਮਰੱਥਾ ਹੈਗੀ ਕਿਸੇ ਚੀਜ਼ ਨੂੰ ਪੈਦਾ ਕਰਨ ਦੀ, ਤੇ ਸੰਗਤ ਦੇ ਵਿੱਚ ਜੋ ਜਾਂਦੇ ਆ ਤੇ ਉੱਥੇ ਰੌਲਾ ਪੈਂਦਾ ਕਿ ਬਈ ਤੂੰ ਵੀ ਇਹ ਚੀਜ਼ ਨੂੰ ਪ੍ਰਾਪਤ ਕਰ ਸਕਦਾ, ਤੇ ਉੱਠੇਗਾ ਤੇ ਚੱਲੇਗਾ ਤੇ ਪ੍ਰਾਪਤ ਹੋਊਗੀ। ਕਿ ਜਿੱਦਾਂ ਤੂੰ ਲੰਮੀਆਂ ਤਾਣ ਕੇ ਬੈਠਾ ਹੈ ਤੇ ਏਦਾਂ ਤੇ ਕੋਈ ਚਾਂਸ ਨਹੀਂ ਹੈਗਾ ਉੱਥੇ ਪਹੁੰਚਣ ਦਾ, ਕਿਉਂਕਿ ਹਰ ਦਿਨ ਪ੍ਰਤੀ ਦਿਨ ਤੁਸੀਂ ਆਪਣੇ ਆਪ ਤੋਂ ਦੂਰ ਚਲੇ ਜਾਂਦੇ ਜੋ। ਇਹੋ ਹੀ ਪ੍ਰੋਬਲਮ ਹੈ ਮਨੁੱਖ ਦੀ, ਆਪ ਹਰ ਦਿਨ ਆਪਣੇ ਆਪ ਤੋਂ ਦੂਰ ਜਾ ਰਹੇ ਜੋ। ਔਰ ਇਹ ਗਿਆਨ ਜਿਹੜਾ ਹੈ ਇਹ ਸਾਨੂੰ ਭਗਤੀ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਮੈਂ ਜਿਸ ਚੀਜ਼ ਨੂੰ ਬਾਹਰ ਲੱਭ ਰਿਹਾ ਸੀ ਉਹ ਤੇ ਮੇਰੇ ਅੰਦਰ ਹੈ। ਔਰ ਜਦੋਂ ਆਪਾਂ ਬਾਹਰ ਤੁਰੇ ਜਾਂਦੇ ਆ, ਤੁਸੀਂ ਵੇਖ ਲਓ ਕਿੰਨੀ ਲੋਕੀ ਮੱਕੇ ਚੱਲ ਜਾਂਦੇ ਨੇ, ਕੋਈ ਕਿੱਥੇ ਪਹੁੰਚਣ ਦੇ ਹੈ, ਕੋਈ ਸਾਡੇ ਵਰਗੇ ਵੀ ਉੱਥੇ ਪਹੁੰਚ ਜਾਂਦੇ ਨੇ, ਉੱਥੇ ਹੇਮਕੁੰਟ ਸਾਹਿਬ। ਤੇ ਜੇ ਕੋਈ ਹਿੰਦੂਆਂ ਦੇ ਮੰਦਿਰ ਹੈਗੇ ਉਹ ਬੜੀ ਦੂਰ ਚੱਲ ਜਾਂਦੇ ਨੇ। ਹੁਣ ਕਈ ਬੰਦੇ ਵੇਖੇ ਆ, ਉਹ ਕਹਿੰਦੇ ਨੇ ਕਿ ਜਿਹੜੀ ਗੰਗਾ ਵਾ ਉਹਦੀ ਬਕਰਮਾ ਲੈਣੀ ਹੈ ਨਿੱਜਰ ਸਾਹਿਬ। ਬਿਲਕੁਲ ਇਸ ਤਰ੍ਹਾਂ ਹੀ ਕਰਦੇ। ਹੁਣ ਆਪ ਸਮਝੋ ਕਿ ਬਕਰਮਾ ਲਿਆ ਕੀ ਹੋਊਗਾ, ਦੱਸੋ ਕੁਛ ਹੋ ਸਕਦਾ ਉੱਥੇ? ਕੀ ਮਿਲੂਗਾ? ਪਾਣੀ ਤੇ ਕਹਿੰਦੀ ਹੈ ਤੀਰਥਾਂ ਦੇ ਕੀ ਹੈਗਾ, ਪਾਣੀ ਹੈਗਾ, ਪੱਥਰ ਹੈਗਾ, ਨਿੱਜਰ ਸਾਹਿਬ ਹੋਰ ਕੀ ਆ? ਇੱਕ ਚੀਜ਼ ਹੋਰ, ਪਾਣੀ ਪੱਥਰ ਹੈਗਾ, ਤੀਰਥਾਂ ਤੇ ਪਾਣੀ ਪੱਥਰ ਹੀ ਆ। ਹੋਰ ਕਹਿੰਦੇ ਕਿ ਪਾਣੀ ਹੋਊ ਤੇ ਜਾਂ ਪੱਥਰ ਹੋਊਗਾ, ਜਾਂ ਪੱਥਰ ਤੋਂ ਬਣੀ ਬਿਲਡਿੰਗ ਹੋਊਗੀ। ਜਾਂ ਹਾਂਜੀ ਖੋਟੇ ਤਨ ਚੋਰ ਵੀ ਹੈਗੇ, ਉਹ ਵੀ ਹੈਗੇ ਆ। ਉਹ ਕਹਿੰਦੇ ਆ ਕਿ ਜਿੱਥੇ ਮਰਜ਼ੀ ਚੱਲ ਜਾਓ ਤੇ ਹੈਗੀ ਆ ਪਾਣੀ ਪੱਥਰ। ਤੇ ਪਾਣੀ ਫਿਰ ਕਿਹੜਾ? ਹੁਣ ਮੇਰੇ ਵਰਗੇ ਨੂੰ ਕਹਿ ਦਿੰਦੇ ਵੀ ਇੱਥੇ ਗੰਗਾ ਦਾ ਪਾਣੀ ਆ, ਮੈਂ ਕਿਹਾ ਵੈਰੀ ਗੁੱਡ। ਹੁਣ ਗੰਗਾ ਦਾ ਪਾਣੀ ਆਇਆ ਕਿੱਥੋਂ? ਕਹਿੰਦੇ ਸਮੁੰਦਰ ਤੋਂ। ਕਹਿੰਦੇ ਤੁਹਾਡੀ ਘਰ ਟੂਟੀ ਲੱਗੀ ਆ, ਇਹ ਪਾਣੀ ਕਿੱਥੋਂ ਆਇਆ? ਕਹਿੰਦੇ ਇਹ ਵੀ ਸਮੁੰਦਰ ਤੋਂ। ਹੁਣ ਗੰਗੇ ਦੇ ਪਾਣੀ ਚ ਤੇ ਇਹ ਪਾਣੀ ਚ ਕੀ ਫਰਕ ਹੋਇਆ? ਪਾਣੀ ਤੇ ਸੇਮ ਹੀ ਹੈ, ਪਰ ਉਹ ਕਹਿਣ ਵਾਲੇ ਕਹਿੰਦੇ ਨਹੀਂ ਇਹ ਸਪੈਸ਼ਲ ਪਾਣੀ ਹੈ। ਜੇ ਤੁਸੀਂ ਲੈਬ ਚ ਲੈ ਕੇ ਜਾਓਗੇ ਬਰਾਬਰ ਹੀ ਨੇ ਦੋਨੋਂ। ਸੋ ਕਹਿਣ ਤੋਂ ਭਾਵ ਇਹੋ ਹੀ ਆ। ਸੋ ਆਪਾਂ ਉਸ ਦਿਸ਼ਾ ਦੇ ਵੱਲ ਗਤੀ ਕਰੀਏ। ਫਿਰ ਕਹਿੰਦੇ ਆ ਕਿ ਸਮਾਂ ਤੇਰਾ ਲਿਮਟਿਡ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਔਰ ਦੇਖੋ ਮਤਲਬ ਬਾਣੀ ਜਿਹੜੀ ਹੈਗੀ ਆਪਾਂ ਨੂੰ ਸਿਰਫ ਜਿਹੜਾ ਹੈਗਾ ਨਾ ਡਰਾਉਣਾ ਨਹੀਂ ਚਾਹੁੰਦੀ, ਆਪਾਂ ਨੂੰ ਚੌਕਸ ਕਰਨਾ ਚਾਹੁੰਦੀ ਹੈ ਬਈ ਜਿਹੜਾ ਹੈਗਾ ਤੂੰ ਇਹ ਜਿਹੜਾ ਭਗਤੀ ਨੂੰ ਜਿਹੜਾ ਹੈਗਾ ਜਿਹੜੇ ਕੰਮ ਵਾਸਤੇ ਆਏ ਆ ਉਸ ਕੰਮ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ। ਇੰਨਾ ਹੀ ਜਿਹੜਾ ਹੈਗਾ ਬਾਣੀ ਚਾਹੁੰਦੀ ਹੈ। ਫਰੀਦ ਜੀ ਇੰਨਾ ਹੀ ਚਾਹੁੰਦੇ ਆ। ਤੀਸਰੀ ਪਾਤਸ਼ਾਹੀ ਵੀ ਅੱਜ ਸਵੇਰੇ ਜਿਹੜਾ ਹੈਗਾ ਅਸੀਂ ਬਿਲਾਵਲ ਦੇ ਵਿੱਚ ਕਰ ਰਹੇ ਸੀਗੇ, ਤੀਸਰੀ ਪਾਤਸ਼ਾਹੀ ਦਾ ਸ਼ਬਦ ਸੀਗਾ, ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਕਹਿੰਦੇ ਤਿਕਾਰਿਆ ਤੇਰੇ ਸਰੀਰ ਦੇ, ਤੇਰੇ ਸੌਣ ਦੇ ਵਿੱਚ ਔਰ ਤੇਰੇ ਜਿਹੜੇ ਖਾਣ ਦੇ ਵਿੱਚ ਔਰ ਤੇਰੇ ਜਿਹੜੇ ਕੱਪੜੇ ਆ ਔਰ ਭੋਗ ਦੁਨੀਆ ਦੇ ਪਦਾਰਥ ਕਰਨ ਦੇ ਵਿੱਚ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ। ਕਹਿੰਦੇ ਤਿਕਾਰਿਆ ਤੇਰੇ ਸਰੀਰ ਤੇ ਕੁਟੰਬ ਦੇ ਨਾਲ। ਕਹਿੰਦੇ ਆ ਇਹਦੇ ਨਾਲ ਤੂੰ ਜਿਹੜਾ ਹੈਗਾ ਮਾਲਕ ਵੱਲ ਨੂੰ ਗਤੀ ਨਹੀਂ ਕੀਤੀ। ਇਹ ਤਾਂ ਬਾਰੀ ਸੀਗੀ ਤੈਨੂੰ ਪਈ ਪ੍ਰਾਪਤ ਮਨੁੱਖ ਦੇ ਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤਾਂ ਬਾਰੀ ਸੀਗੀ ਇਸ ਕੰਮ ਦੇ ਵਾਸਤੇ, ਉਹ ਕੰਮ ਤੂੰ ਕੀਤਾ ਹੀ ਨਹੀਂ। ਕਹਿੰਦੇ ਤਿਕਾਰਿਆ ਤੇਰੇ ਸਰੀਰ ਦੇ ਵਿੱਚ ਕੀ ਕੀਤਾ, ਕੀ ਸਰੀਰ ਦੇ ਨਾਲ। ਫਿਰ ਕਹਿੰਦੇ ਪੌੜੀ ਛੁੱਟ ਗਈ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਕਹਿੰਦੇ ਪੌੜੀ ਛੁੱਟ ਗਈ ਫਿਰ ਦੁਬਾਰਾ ਹੱਥ 'ਚ ਨਹੀਂ ਆਉਣੀ ਪਾਏ। ਇੰਨਾ ਕੀਮਤੀ ਜਨਮ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਸਵਾਦਾਂ ਦੇ ਵਿੱਚ ਹੀ ਗਵਾ ਦਿੱਤਾ। ਅਹਿਲਾ ਜਨਮ, ਪੌੜੀ ਛੁੱਟ ਗਈ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਹੀ ਚੀਜ਼ ਜਿਹੜੀ ਹੈਗੀ ਦੇਖ ਲਓ ਫਰੀਦ ਜੀ ਆਪਾਂ ਨੂੰ ਚੌਕਸ ਕਰ ਰਹੇ ਭਾਈ ਸਰੀਰ ਨੇ ਜਾਣਾ ਹੈ। ਦੇਖ ਤੇਰੇ ਸਾਹਮਣੇ ਦੇਖ ਲਾ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਮੌਤ ਕਿਤੇ ਨਾ ਕਿਤੇ ਹੋਈ ਆ। ਅੱਗੇ ਫਿਰ ਫਰੀਦ ਜੀ ਇਹਦੇ ਬਾਰੇ ਫਿਰ ਆਪਾਂ ਨੂੰ ਦੱਸ ਰਹੇ ਭਾਈ ਫਰੀਦਾ ਭੰਨੀ ਘੜੀ ਸਮਨਵੀ ਟੂਟੀ ਨਾਗਰ ਲੱਜ। ਕਹਿੰਦੇ ਸੋਹਣਾ ਜਿਹਾ ਸਰੀਰ ਜਿਹੜਾ ਹੈਗਾ ਇੰਨਾ ਸੋਹਣਾ ਜਿਹੜਾ ਸਰੀਰ ਉਹ ਫੁੱਟ ਗਿਆ ਭਾਈ, ਟੁੱਟ ਗਈ। ਨਾਗਰ ਉਹਦੇ ਸਵਾਸਾਂ ਦੀ ਲੱਜ ਡੋਰੀ ਜਿਹੜੀ ਰੱਸੀ ਜਿਹੜੀ ਟੁੱਟ ਗਈ। ਜੋ ਸੱਜਣ ਭੋਏ ਭਾਰ ਥੇ ਸੇ ਕਿਉਂ ਆਵੇਂ ਅੱਜ।
ਕਹਿੰਦੇ ਜਿਹੜੇ ਮਿੱਤਰ ਜਿਹੜੇ ਹੈਗੇ, ਜਿਹੜੇ ਇਨਸਾਨ ਜਿਹੜੇ ਹੈਗੇ, ਕਹਿੰਦੇ ਜ਼ਮੀਨ ਦੇ ਉੱਤੇ ਆ ਕੇ ਭਾਰ, ਭੋਏ ਤੇ ਭਾਰ। ਹੁਣ ਦੇਖ ਲਓ ਭਾਈ, ਭੋਏ ਤੇ ਭਾਰ ਕਿਹੜੇ ਹੈਗੇ ਆ? ਭੋਏ ਬਣਾਈ ਕਿਹਨੇ ਹੈਗੀ ਆ? ਭੋਏ ਬਣਾਈ ਆ ਉਸ ਮਾਲਕ ਪਰਮਾਤਮਾ ਨੇ। ਤੇ ਪਰਮਾਤਮਾ ਨੇ ਇਹ ਭੋਏ ਕਿਉਂ ਬਣਾਈ ਹੈ? ਪਰਮਾਤਮਾ ਨੇ ਭੋਏ ਬਣਾਈ ਹੈ ਭਾਈ, ਆ ਦੱਸਿਆ ਹੈ ਮਹਾਰਾਜ ਨੇ ਭਾਈ। ਇਹ ਪੌੜੀ ਹੈਗੀ, ਇਹ ਬਾਰੀ ਹੈਗੀ ਆ ਪਰਮਾਤਮਾ ਨੂੰ ਮਿਲਣ ਦੇ ਵਾਸਤੇ। ਜਿਨ੍ਹਾਂ ਨੇ ਇਹ ਕੰਮ ਨਹੀਂ ਕੀਤਾ ਇੱਥੇ ਆ ਕੇ, ਤੇ ਉਹ ਜਿਹੜੇ ਭੋਏ ਦੇ ਉੱਤੇ ਆ ਕੇ ਭਾਰ ਹੀ ਸੀਗੇ ਭਾਈ। ਜੋ ਸੱਜਣ ਭੋਏ ਭਾਰ ਥੇ ਸੇ ਕਿਉਂ ਆਵੇਂ ਅੱਜ। ਕਹਿੰਦੇ ਹੁਣ ਉਹਨਾਂ ਨੂੰ ਦੁਬਾਰਾ ਜਿੰਨਾ ਮਰਜ਼ੀ ਚੀਕ ਲੈਣ ਬਈ ਸਾਨੂੰ ਪਤਾ ਨਹੀਂ, ਗਲਤੀ ਹੋ ਗਈ, ਫਲਾਨਾ ਹੋ ਗਿਆ, ਕਹਿੰਦੇ ਨਹੀਂ, ਦੁਬਾਰਾ ਮਨੁੱਖੀ ਜੂਨ ਨਹੀਂ ਮਿਲੇਗੀ ਭਾਈ। ਇਸ ਤਰੀਕਾ ਇੰਨੀ ਸਸਤੀ ਨਹੀਂ ਹੈਗੀ ਆ। ਸੇ ਕਿਉਂ? ਹਾਂ, ਉੱਪਰਲੀ ਤੁਕ ਛੁੱਟ ਨਹੀਂ ਗਈ ਇਜ਼ਰਾਈਲ ਵਾਲੀ? ਹੋ ਗਈ ਜੀ ਗੋਰਖੀ ਸਾਹਿਬ। ਉਹ ਸੀਗੀ ਅੱਛਾ। ਹਾਂਜੀ, ਫਰੀਦਾ ਭੰਨੀ ਘੜੀ ਸਵੰਨਵੀ ਘੜੀ ਪਾਂਤੀ। ਇਹ ਜਿਹੜਾ ਸੋਹਣਾ ਸਰੀਰ ਭੰਨ ਦਿੱਤਾ ਤੇ ਟੁੱਟੀ ਨਾਗਰ ਲੱਜ, ਔਰ ਇੰਨੀ ਸੋਹਣੀ ਸਵਾਸਾਂ ਦੀ ਲੜੀ ਜਿਹੜੀ ਹੈਗੀ ਤੋੜ ਦਿੱਤੀ ਰੱਸੀ। ਇਜ਼ਰਾਈਲ ਫਰਿਸ਼ਤਾ ਕਹਿ ਕਰ ਨਾਠੀ ਅੱਜ। ਉਹ ਜਿਹੜਾ ਮੌਤ ਦਾ ਫਰਿਸ਼ਤਾ ਜਿਹੜਾ ਹੈਗਾ, ਉਹ ਕਿਹੜੇ ਘਰ 'ਚ ਮਹਿਮਾਨ ਹੈਗਾ ਅੱਜ? ਫਰੀਦ ਜੀ ਕਹਿ ਰਹੇ ਆ ਬਈ ਤੇਰਾ ਵੀ ਨੰਬਰ ਲੱਗ ਜਾਣਾ। ਹਾਂਜੀ ਵੀਰ ਜੀ, ਠੀਕ ਹੈ ਜੀ। ਹਾਂਜੀ, ਆ ਤੁਕ ਬੋਲਦਾ ਦੁਬਾਰਾ ਦੂਸਰੀ ਵੀ। ਹਾਂਜੀ। ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲੱਜ, ਜੋ ਸੱਜਣ ਭੋਏ ਭਾਰ ਥੇ ਸੇ ਕਿਉਂ ਆਵੇਂ ਅੱਜ। ਜਿਹੜੇ ਭੋਏ ਤੇ ਭਾਰ ਸੀਗੇ ਭਾਈ, ਉਹਨਾਂ ਨੂੰ ਦੁਬਾਰਾ ਮਨੁੱਖੀ ਜੂਨ ਨਹੀਂ ਮਿਲੇਗੀ ਇੰਨੀ ਸਸਤੀ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਨੇ ਕਿ ਕੀਮਤੀ ਚੀਜ਼ ਹੈ, ਜੇ ਤੁਸੀਂ ਇਹਨੂੰ ਵੇਸਟ ਕਰਦੇ ਜੋ ਤੇ ਮੁਸ਼ਕਲ ਹੈ। ਫਿਰ ਕਿਉਂ ਕਹਿੰਦੇ ਨੇ ਮਾਨਸ ਜਨਮ ਦੁਰਲੱਭ ਹੈ ਤੇ ਹੋਏ ਨਾ ਬਾਰੋ ਬਾਰ। ਹਾਂ, ਕਿਉਂ ਦੁਰਲੱਭ ਹੈ? ਉਹ ਕਹਿੰਦੇ 84 ਦੇ ਵਿੱਚੋਂ ਇੱਕੋ ਹੀ ਤੇ ਜਨਮ ਹੈ ਜਿੱਥੇ ਕੋਈ ਕੀਤਾ ਜਾ ਸਕਦਾ, ਬਾਕੀ ਤੇ ਸਾਰੀਆਂ ਭੋਗੀ ਜੂਨੀਆਂ। ਬਸ। ਹੁਣ ਤੁਸੀਂ ਸ਼ੇਰ ਨੂੰ ਵੇਖੋ, ਕੁੱਤੇ ਨੂੰ ਵੇਖੋ, ਬਿੱਲੀ ਨੂੰ ਵੇਖੋ, ਗਾਂ ਨੂੰ ਵੇਖੋ, ਮੱਝ ਨੂੰ ਵੇਖੋ, ਉਹਨਾਂ ਨੇ ਕੋਈ ਤਰੱਕੀ ਕੀਤੀ ਆ? ਜਿੱਥੇ ਉਹ ਬੈਠੇ ਸੀ ਅੱਜ ਤੋਂ ਲੱਖਾਂ ਕਰੋੜਾਂ ਸਾਲ ਪਹਿਲਾਂ, ਉਸੇ ਹੀ ਤਰ੍ਹਾਂ ਦਾ ਉਹਨਾਂ ਦਾ ਜੀਵਨ ਅੱਜ ਵੀ ਹੈ। ਕਿਸੇ ਨੇ ਤਰੱਕੀ ਨਹੀਂ ਕੀਤੀ। ਕਿਉਂ? ਕਿਉਂਕਿ ਉਹ ਸਭ ਭੋਗੀ ਜੂਨੀਆਂ ਨੇ, ਉਹ ਕਰਮਾਂ ਨੂੰ ਭੋਗ ਰਹੀਆਂ ਨੇ। ਕੱਲਾ ਮਨੁੱਖ ਹੈ, ਇਹ ਭੋਗੀ ਵੀ ਆ ਤੇ ਇਹ ਕਰਮ ਨੂੰ ਕਰਨ ਦਾ ਫੈਸਲਾ ਵੀ ਕਰ ਸਕਦਾ। ਇਹਦੇ ਅੰਦਰ ਵਿਵੇਕ ਹੈਗਾ। ਇਹਦੇ ਉਹਨਾਂ ਦੇ ਅੰਦਰ ਉਹਨਾਂ ਕੀ ਗਿਆਨ ਆ, ਕੇਵਲ ਉਹ ਆਪਣਾ ਆਹਾਰ ਪੈਦਾ ਕਰ ਸਕਦੇ ਆ। ਸਾਡੇ ਕੋਲ ਹੋਰ ਤਰ੍ਹਾਂ ਦਾ ਗਿਆਨ ਵੀ ਹੈਗਾ। ਅਸੀਂ ਇੱਕ ਦੂਜੇ ਤੋਂ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ 'ਚ ਬਹੁਤ ਇਨਕਲਾਬ ਲਿਆ ਸਕਦੇ ਹਾਂ। ਉਹਨਾਂ ਦੇ ਘਰ ਵੇਖੋ, ਉਹਨਾਂ ਦੇ ਘਰ ਉਦਾਂ ਦੇ ਹੀ ਆ ਜਿੱਦਾਂ ਦੇ ਉਹ ਖੁੱਡਾਂ 'ਚ ਰਹਿੰਦੇ ਸੀ। ਕਿਸੇ ਨੇ ਦੇਖੋ, ਕਿਸੇ ਨੇ ਬਣਾਇਆ ਕੋਈ ਸਪੈਸ਼ਲ ਘਰ ਨਿਜਰ ਸਾਹਿਬ ਨਾ, ਉਸੇ ਤਰ੍ਹਾਂ ਜੀਵਨ ਹੈ ਔਰ ਅੱਗੇ ਚੱਲ ਕੇ ਵੀ ਉਸੇ ਤਰ੍ਹਾਂ ਹੀ ਰਹੇਗਾ, ਕੋਈ ਬਦਲਾਵ ਨਹੀਂ ਹੋਣਾ। ਕੱਲਾ ਮਨੁੱਖ ਹੈ। ਮਨੁੱਖ ਵੇਖੋ, ਪਹਿਲਾਂ ਝੌਂਪੜੀਆਂ ਤੇ ਆਇਆ, ਝੌਂਪੜੀਆਂ ਤੋਂ ਕੱਚੇ ਮਕਾਨ, ਕੱਚੇ ਮਕਾਨਾਂ ਤੋਂ ਪੱਕੇ ਮਕਾਨ, ਹੁਣ ਵੇਖੋ ਕਿੰਨੇ ਜ਼ਬਰਦਸਤ ਮਕਾਨ ਬਣਾ ਲੈਂਦਾ। ਪਹਿਲਾਂ ਇੱਥੇ ਨਹਿਰ ਤੇ ਨਹਾਉਂਦਾ ਹੁੰਦਾ ਸੀ, ਉੱਥੇ ਕੱਪੜੇ ਧੋਂਦਾ ਸੀ, ਫਿਰ ਘਰੇ ਬਾਥਰੂਮ ਬਣਾਏ, ਫਿਰ ਵਾਸ਼ਿੰਗ ਮਸ਼ੀਨਾਂ ਆ ਗਈਆਂ। ਮਤਲਬ ਐਡਵਾਂਸ ਹੋ ਰਿਹਾ, ਅੱਗੇ ਵਧ ਰਿਹਾ ਔਰ ਬਹੁਤ ਫਾਸਟ ਵਧ ਰਿਹਾ। ਇਹ ਮਨੁੱਖ ਜਦੋਂ ਡਿੱਗ ਜਾਂਦਾ ਹੈ, ਫਿਰ ਭੋਗੀ ਜੂਨਾਂ 'ਚ ਜਾਂਦਾ, ਫਿਰ ਘੁੰਮ ਕੇ ਉੱਪਰ ਆਉਂਦਾ, ਕਿਉਂਕਿ ਇਹ ਪ੍ਰਕਿਰਤੀ ਦਾ ਨਿਯਮ ਹੈ। ਇਹਨੂੰ ਕਹਿੰਦੇ ਈਕੋ ਸਿਸਟਮ। ਹਰ ਇੱਕ ਚੀਜ਼ ਇੱਕ ਦੂਜੇ ਉੱਪਰ ਸਟੈਪ ਕਰਦੀ ਹੈ ਔਰ ਜਿੱਦਾਂ ਦਾ ਸਾਡਾ ਕਾਰਨ ਸਰੀਰ ਹੋਊਗਾ, ਸਾਨੂੰ ਉੱਥੋਂ ਹੀ ਆਪਣੀ ਖੇਡ ਸ਼ੁਰੂ ਕਰਨੀ ਪਊਗੀ। ਕਈਆਂ ਦਾ ਮਤਲਬ ਕਾਰਨ ਸਰੀਰ ਸੁੱਧ ਆ, ਵਧੀਆ ਵਾ, ਜ਼ਿਆਦਾ ਪ੍ਰੋਬਲਮ ਨਹੀਂ ਸੀ, ਉਹ ਹੋ ਸਕਦਾ ਉਹਨਾਂ ਨੂੰ ਮਨੁੱਖਾ ਜਨਮ ਹੀ ਮਿਲ ਜੇ। ਪਰ ਕਈ ਜਿਹੜੇ ਬਹੁਤਾ ਮਿਸਯੂਜ਼ ਕਰਦੇ ਆ, ਉਹ ਬਹੁਤ ਉਹਨਾਂ ਹੁਣ ਜਿਹੜੇ ਇੰਨੇ ਕਰਮ ਕੀਤੇ ਆ, ਆਪ ਕੀ ਸੋਚਦੇ ਸਾਰਿਆਂ ਨੂੰ ਪੁਲਿਸ ਸਜ਼ਾ ਦਿੰਦੀ ਆ? ਨਹੀਂ, ਬਿਲਕੁਲ ਨਹੀਂ ਦੇ ਸਕਦੀ। 2-4% ਲੋਕ ਫੜੇ ਜਾਂਦੇ ਹੋਣਗੇ, 5 ਫੜੇ ਜਾਂਦੇ ਹੋਣਗੇ, ਸਾਰਿਆਂ ਨੂੰ ਥੋੜੀ ਮਿਲਦੀ ਸਜ਼ਾ। ਸੋ ਇਹ ਜਿਹੜੇ ਇਨਸਾਨ ਦੇ ਜਿਹੜੇ ਕਰਮ ਹੈਗੇ ਆ, ਇਨਸਾਨ ਆਪਣੇ ਨਾਲ ਲੈ ਕੇ ਜਾਂਦਾ ਹੈ ਚਿੱਤਰਗੁਪਤ ਦੇ ਕੋਲ। ਇਹਦਾ ਚਿੱਤਰਗੁਪਤ ਜਿਹੜਾ ਤੁਹਾਡਾ ਚਿੱਤਰ ਹੈ, ਚਿੱਤ ਹੀ ਚਿੱਤਰਗੁਪਤ, ਇਹ ਤੁਹਾਡੇ ਨਾਲ ਲੈ ਕੇ ਜਾਂਦਾ ਹੈ ਕਾਰਨ ਸਰੀਰ। ਫਿਰ ਉੱਥੋਂ ਸ਼ੁਰੂਆਤ ਹੁੰਦੀ ਹੈ, ਫਿਰ ਚੜਦਾ ਆਖਰੀ ਡੰਡਾ ਫਿਰ ਆ ਜਿਹੜਾ ਜਿੱਥੇ ਆਪਾਂ ਬੈਠੇ ਹੋਣਾ, ਮਨੁੱਖਾ ਜੀਵਨ। ਆਪਾਂ ਨਹੀਂ ਯੂਜ਼ ਕਰਦੇ, ਇੱਥੋਂ ਆਪਾਂ ਉੱਪਰ ਜਾ ਸਕਦੇ ਹਾਂ, ਮੁਕਤ ਹੋ ਸਕਦੇ ਹਾਂ, ਪੌੜੀ ਚੋਂ ਬਾਹਰ ਆ ਸਕਦੇ ਹਾਂ, ਪ੍ਰਕਿਰਤੀ ਚੋਂ ਬਾਹਰ ਹੋ ਸਕਦੇ ਹਾਂ।
ਕੋਈ ਜ਼ਬਰਦਸਤੀ ਵਾਲਾ ਸੌਦਾ ਨਹੀਂ ਆ। ਪਰ ਇਹ ਜਿੰਨੀ ਵੀ ਸੰਗਤ ਆ ਕੇਵਲ ਸਾਨੂੰ ਉਸੇ ਚੀਜ਼ ਨੂੰ ਸਮਝਾਉਣ ਦੇ ਲਈ ਕੋਸ਼ਿਸ਼ ਕਰ ਰਹੀ ਆ ਕਿ ਇਹ ਡੰਡਾ ਤੇਰੇ ਹੱਥੋਂ ਨਿਕਲ ਜਾਣਾ, ਹੋਰ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਹੋ। ਬਿਲਕੁਲ। ਕਿ ਜਿਹੜੀ ਚੀਜ਼ ਤੇਰੀ ਲਿਸਟ 'ਚ ਨਹੀਂ ਹੈਗੀ ਉਹਨੂੰ ਲੈ ਆ ਦਵਾ ਦਵ, ਤੇਰੇ ਕੋਲ ਟਾਈਮ ਹੈਗਾ, ਵਿਸ਼ਵਾਸ ਹੈਗੇ ਆ। ਔਰ ਇਹ ਵੀ ਸੋਚ ਤੇਰੇ ਸਵਾਸ ਲਿਮਟਿਡ ਨੇ, ਅਨਲਿਮਟਿਡ ਨਹੀਂ ਆ। ਉਹ ਕਹਿੰਦੇ ਸੀ ਕਿ ਇਹਨਾਂ ਬਲਬ ਬਣਾਇਆ ਸੀ ਪਹਿਲਾਂ ਤੇ ਉਹ ਬਲਬ ਦੀ ਲਾਈਫ ਬਹੁਤ ਜ਼ਿਆਦਾ ਸੀ, ਉਹ ਸੜਦਾ ਹੀ ਨਹੀਂ। ਫਿਰ ਉਹਨਾਂ ਨੇ ਕਿਸੇ ਨੇ ਕੰਪਨੀਆਂ ਨੇ ਸਲਾਹ ਕੀਤੀ ਕਿ ਐਸਾ ਬਲਬ ਨਾ ਬਣਾਓ ਜਿਹੜਾ ਇੰਨੇ ਸਾਲ ਸੜੇ ਨਾ, ਤੇ ਫਿਰ ਲੋਕੀ ਖਰੀਦਣਗੇ ਕੀ। ਉਹਨਾਂ ਨੇ ਫਿਰ ਏਦਾਂ ਦੇ ਬਲਬ ਬਣਾਏ ਕਿ 2-3 ਸਾਲ ਚੱਲੇ ਫਿਰ ਨਵਾਂ ਲਿਆਓ। ਠੀਕ ਹੈ ਨਿਜਰ ਸਾਹਿਬ? ਬਿਲਕੁਲ। ਕਿਉਂਕਿ ਇਸੇ ਤਰ੍ਹਾਂ ਪ੍ਰਕਿਰਤੀ ਨੇ ਇਹ ਮਨੁੱਖ ਜੀਵਤ ਤੇ ਕੰਟਰੋਲ ਕੀਤਾ, ਕਿਉਂਕਿ ਇਹਦੀ ਮੌਤ ਹੋਊਗੀ ਫਿਰ ਉਸੇ ਤਰ੍ਹਾਂ ਤੁਰੂਗਾ। ਤੇ ਜੇ ਬੰਦਾ ਮਰਿਆ ਹੀ ਨਹੀਂ, ਹੁਣ ਵੇਖੋ ਤੁਹਾਡੀ ਉਮਰ ਹੈ ਲਿਮਟਿਡ ਹੈ ਨਾ, ਤੇ ਉਹਨਾਂ ਨੇ ਚਲੋ ਐਵਰੇਜ ਬਣਾਈ 80 ਸਾਲ 90-100 ਸਾਲ, ਚਲੋ ਜਿੱਦਾਂ ਕੋਈ ਬੰਦਾ ਕਹਿੰਦਾ। ਪਰ ਉਹ ਕਹਿੰਦੇ ਆ ਕਿ ਆਖਰ ਤੇ ਇੱਕ ਸਮਾਂ ਆਉਂਦਾ ਹੈ ਜਿਹੜਾ ਜੀਵ ਅੰਦਰ ਸਾਡੇ ਰਹਿੰਦਾ ਹੈ, ਉਹ ਸਰੀਰ ਦੇ ਵਿੱਚ ਨਹੀਂ ਰਹਿ ਪਾਉਂਦਾ, ਕਿਉਂਕਿ ਸਰੀਰ ਖਤਮ ਹੋ ਗਿਆ। ਜਿਹੜਾ ਤੁਹਾਡੇ ਅੰਦਰ ਹੈਗਾ, ਦੇਖੋ ਤੁਹਾਡਾ ਸਰੀਰ ਤੇ ਸੌਂ ਗਿਆ ਸੀ, ਫਿਰ ਸੁਪਨਾ ਕਿਹਨੇ ਵੇਖਿਆ? ਮੰਨ ਲਓ ਸੁਪਨਾ ਵੀ ਤੁਹਾਡੇ ਮਨ ਨੇ ਵੇਖਿਆ, ਉਹ ਕਿਹੜੀ ਸ਼ਕਤੀ ਆ ਜਿਹੜੀ ਇਹ ਵੀ ਦੱਸਦੀ ਆ ਕਿ ਅੱਜ ਸੁਪਨਾ ਕੋਈ ਨਹੀਂ ਆ? ਨਿਜਰ ਸਾਹਿਬ ਬਿਲਕੁਲ। ਕੌਣ ਆ? ਇਹਦਾ ਮਤਲਬ ਸੁਪਨੇ ਵੇਖਣ ਵਾਲਾ ਕੁਝ ਹੋ ਰਿਹਾ, ਜਿਹੜਾ ਸੁਪਨਾ ਵੇਂਦਾ ਉਹ ਕੁਝ ਹੋ ਰਿਹਾ, ਤੇ ਜਿਹੜਾ ਇਹਨਾਂ ਦੋਵਾਂ ਨੂੰ ਵੇਖਣ ਦਿਆ ਉਹ ਕੁਝ ਹੋ ਰਿਹਾ। ਤੁਸੀਂ ਨੋਟਿਸ ਨਹੀਂ ਕੀਤਾ? ਤੁਸੀਂ ਵਿਚਾਰਾਂ 'ਚ ਗਵਾਚੇ। ਤੁਸੀਂ ਤੇ ਮੰਨ ਲਓ ਵਿਚਾਰ ਕਰਨ ਦੇ ਸੀ, ਤੁਹਾਡੇ ਅੰਦਰ ਇੱਕ ਹੋਰ ਸੱਤਾ ਵਾ, ਉਹ ਤੁਹਾਨੂੰ ਕਹਿੰਦੀ ਆ ਇੱਕ ਵਿਚਾਰ ਕਰਨੇ ਆ, ਸਾਡਾ ਕਿਹੜਾ? ਬਿਲਕੁਲ ਬਿਲਕੁਲ। ਉਹ ਤੁਹਾਡੇ ਤੋਂ ਪਰੇ ਬੈਠੀ ਆ, ਉਹ ਤੁਹਾਡੀ ਚੇਤਨਾ ਹੈ, ਤੁਹਾਡੀ ਆਤਮਾ ਦੱਸਦੀ ਆ ਕਿ ਇਹ ਕੀ ਕਰਨੇ ਆ। ਆਤਮਾ ਹੀ ਤੁਹਾਨੂੰ ਦੱਸਦੀ ਆ ਸਵੇਰੇ ਕਿ ਅੱਜ ਨੀਂਦ ਬਹੁਤ ਵਧੀਆ ਆਈ, ਕੋਈ ਸੁਪਨਾ ਨਹੀਂ ਆਇਆ, ਬਹੁਤ ਜ਼ਬਰਦਸਤ ਨੀਂਦ ਹੈ, ਇੱਕਦਮ ਤਾਜ਼ਾ ਹੋ ਗਿਆ, ਸਭ ਕੁਝ ਇੱਕਦਮ ਫਰੈਸ਼ ਹੋ ਗਿਆ। ਉਸ ਆਤਮਾ ਦੇ ਵਿੱਚ ਪਹੁੰਚਣਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਔਰ ਜਿੰਨਾ ਚਿਰ ਤੱਕ ਆਪਾਂ ਜਾਗਰਤ ਅਵਸਥਾ 'ਚ ਉੱਥੇ ਨਹੀਂ ਪਹੁੰਚਦੇ, ਉਹਨਾਂ ਚਿਰ ਤੱਕ ਜੀਵਨ ਦੇ ਬਾਰੇ ਕੁਝ ਨਹੀਂ ਜੋ ਪਤਾ ਲੱਗਦਾ। ਉਹ ਤਾਂ ਫਿਰ ਪੜ੍ਹਿਆ ਵਾ, ਪੜ੍ਹ ਕੇ ਤੇ ਫਿਰ ਲਿਖ ਲਿਆ, ਸੁਣ ਲਿਆ। ਹੁਣ ਜੇ ਮੇਰੇ ਵਰਗਾ ਦੂਜੇ ਨੂੰ ਸੁਣਾਉਣਾ ਸ਼ੁਰੂ ਕਰੇ, ਉਹ ਥੋੜਾ ਜਿਹਾ ਲੋਕੀ ਰਿਸਪੈਕਟ ਕਰਨਗੇ ਕਿ ਬੰਦਾ ਥੋੜਾ ਬਹੁਤਾ 2-4 ਕਿਤਾਬਾਂ ਪੜ੍ਹੀਆਂ ਨੇ, ਗੱਲਾਂ ਵਧੀਆ ਕਰਦਾ। ਪਰ ਲੋਕਾਂ ਨੂੰ ਸੁਣਾਉਣ ਦੇ ਨਾਲ ਲੋਕਾਂ ਦੀ ਸੋਭਾ ਮਿਲੂਗੀ, ਪਰ ਮੇਰਾ ਅੰਦਰ ਤੇ ਨਹੀਂ ਨਾ ਸ਼ੁੱਧ ਹੋਊਗਾ। ਉਹਦੇ ਨਾਲ ਮੈਨੂੰ ਕੀ ਫਾਇਦਾ ਮਿਲੂਗਾ? ਵਾਹ ਕਹੀ ਜਾਣਗੇ ਤੇ ਉਹਦਾ ਕੀ ਫਾਇਦਾ? ਦੱਸੋ ਮੈਨੂੰ, ਕੋਈ ਫਾਇਦਾ ਹੈਗਾ? ਫਾਇਦਾ ਤੇ ਉਦੋਂ ਹੋਣਾ ਹੈ ਕਿ ਜਦੋਂ ਮੇਰਾ ਜੀਵਨ ਬਦਲੂਗਾ, ਔਰ ਜੀਵਨ ਉਦੋਂ ਹੀ ਬਦਲੂਗਾ ਜਦੋਂ ਮੈਂ ਖੁਦ ਉਸ ਨੂੰ ਬਦਲਣਾ ਚਾਹਾਂ। ਔਰ ਜਿਹੜੀ ਚੀਜ਼ ਮੈਂ ਖਾਣ ਡਿਆ 40-50 ਸਾਲ ਤੋਂ, ਜੇ ਉਹ ਚੀਜ਼ 'ਚ ਅਸਰ ਹੋਵੇ ਤੇ ਨਿਜਰ ਸਾਹਿਬ ਜੀਵਨ ਬਦਲ ਜੇ। ਬਿਲਕੁਲ। ਪਰ ਗੋਰਕੀ ਸਾਹਿਬ ਜਿਹੜੀ ਵਾਹ ਹੈਗੀ ਨਾ, ਇਹ ਬਹੁਤ ਖਤਰਨਾਕ ਚੀਜ਼ ਹੈਗੀ ਆ। ਇਹ ਭਗਤੀ ਜਿਹੜੀ ਹੈਗੀ, ਇਨਸਾਨ ਜਦ ਇਸ ਰਸਤੇ ਤੇ ਚੱਲਦਾ ਹੈ ਤੇ ਇਹ ਵਾਹ ਫੜ ਲੈਂਦੀ ਹੈ ਵਾਪਸ ਉਹਨੂੰ, ਜਿਵੇਂ ਕੋਈ ਦੀ ਨਕੇਲ ਫੜ ਕੇ ਖਿੱਚ ਲਈਏ ਨਾ, ਇਹ ਵਾਹ ਖਿੱਚ ਲੈਂਦੀ ਹੈ। ਨਹੀਂ ਤੇ ਆਪਣੇ ਨਿਜਰ ਸਾਹਿਬ ਆਪਣੇ ਗਰੁੱਪ 'ਚ ਕਿੰਨੇ ਬੰਦੇ ਸੀ, ਵੇਖੋ ਕਿੰਨੀ ਸੰਗਤ ਉੱਡ ਗਈ। ਚੰਗੇ ਭਲੇ ਸਾਧਕ, ਮੈਂ ਇੱਕ ਗੱਲ ਕਹਿਣਾ ਕਿ ਚੰਗੇ ਭਲੇ ਸਾਧਕ ਇੱਥੇ ਏਡਾ ਵਧੀਆ ਨਦੀ ਵਸਤਾ ਬਣੀ, ਮਨ ਇੱਕਦਮ ਸ਼ਾਂਤ ਹੋ ਰਿਹਾ, ਔਰ ਬੰਦੇ ਚਲ ਗਏ। ਕਿਉਂਕਿ ਇੱਥੇ ਕਿਉਂ? ਇੱਥੇ ਤੇ ਬਹੁਤੀ ਤਾਰੀਫ ਤੇ ਹੋਣੀ ਨਹੀਂ ਆ ਤੁਹਾਡੀ, ਕਿਉਂਕਿ ਇੱਥੇ ਤਾਰੀਫ ਕਦੀ ਕਰੀਏ? ਅਸੀਂ ਤੁਹਾਡੇ ਤੋਂ ਕੋਈ ਲੈਣਾ ਦੇਣਾ ਨਾ, ਤੁਸੀਂ ਸਾਡੇ ਕੋਲ ਲੈਣਾ ਦੇਣਾ। ਨਿਜਰ ਸਾਹਿਬ ਬਿਲਕੁਲ ਬਿਲਕੁਲ। ਉਹ ਤਾਂ ਮੈਨੂੰ ਵੀ ਉਹਨਾਂ ਦਾ ਜਿਹੜਾ ਹੈਗਾ ਮੈਸੇਜ ਆਇਆ, ਮੈਂ ਕਹਿੰਦੇ ਕਿ ਤੁਸੀਂ ਜਿਹੜੇ ਲੋਕਾਂ ਨੂੰ ਸਵਾਲ ਰਹੇ ਹੋ, ਇਹ ਕੀ ਕਰੀ ਜਾ ਰਹੇ ਹੋ? ਤੁਸੀਂ ਆਪ ਸੁੱਤੇ ਹੋ, ਲੋਕਾਂ ਨੂੰ ਸਵਾਲੀ ਜਾ ਰਹੇ ਹੋ। ਤੇ ਉਹਨਾਂ ਨੂੰ ਕਹੋ ਕਿ ਤੁਸੀਂ ਜਾਗ ਜਾਓ, ਫਿਰ ਤੁਸੀਂ ਜਗਾ ਦਿਓ ਆ ਕੇ, ਤੁਸੀਂ ਜਗਾ ਦਿਓ। ਇੱਥੇ ਬਾਣੀ ਜੋ ਬਾਣੀ ਕਹਿ ਰਹੀ ਆ, ਅਸੀਂ ਤੇ ਉਹੀ ਦੱਸ ਰਹੇ ਹਾਂ। ਜੇ ਕੋਈ ਗਲਤ ਹੋ ਰਿਹਾ ਤੇ ਸਾਨੂੰ ਦੱਸ ਦੇ, ਆ ਕੇ ਇੱਥੇ ਆ ਕੇ ਬੋਲੋ। ਪਰ ਨਹੀਂ, ਉਹ ਸੁਣਨ ਨੂੰ ਤਿਆਰ ਹੀ ਨਹੀਂ। ਕਿਉਂ ਨਹੀਂ ਤਿਆਰ? ਕਿਉਂਕਿ ਕਾਰਨ ਸਰੀਰ ਬਹੁਤ ਪਾਵਰਫੁਲ ਹੈ, ਖਿੱਚ ਲੈਂਦਾ ਬੰਦੇ ਨੂੰ ਬਾਹਰ। ਬੰਦੇ ਦੀ ਵਾਦੀ ਗੱਲ ਨਹੀਂ ਹੈ, ਕਿਉਂਕਿ ਉਹ ਮਨ ਨੂੰ ਕਨਵਿੰਸ ਕਰ ਦਿੰਦਾ ਹੈ ਉਹਨਾਂ ਦਾ ਕਾਰਨ ਸਰੀਰ ਵਿਚਾਰਾਂ ਦੇ ਰਾਹੀਂ। ਨਹੀਂ ਇੱਥੇ ਕੋਈ ਬਿਲਕੁਲ ਸਿਸਟਮ ਨਹੀਂ ਸਹੀ। ਇਹ ਚੀਜ਼ ਨੂੰ ਦੇਖੋ, ਆਪ ਇੱਕ ਚੀਜ਼ ਨੂੰ ਪਲੀਜ਼ ਅੰਡਰਸਟੈਂਡ ਕਰੋ। ਜੇਕਰ ਤੁਹਾਡੀ ਪਾਤਰਤਾ ਬਣ ਗਈ ਨਾ, ਤੁਹਾਡੀ ਆਤਮਾ ਨੇ ਆਪਣੇ ਆਪ ਹੀ ਸੰਗਤ 'ਚ ਲੈ ਜਾਣਾ।
ਤੇ ਜੇਕਰ ਤੁਹਾਡੀ ਪਾਤਰਤਾ ਨਹੀਂ ਹੈਗੀ ਹੈ ਤੇ ਤੁਹਾਨੂੰ ਉੱਥੋਂ ਕੁਝ ਲੱਭਣੇ, ਤੁਸੀਂ ਬਾਹਰ ਆ ਜਾਓਗੇ, ਤੁਹਾਡੇ ਸਮਝ 'ਚ ਨਹੀਂ ਪੈਣੀ ਉਹ। ਬਿਲਕੁਲ ਸਹੀ ਕਿਉਂਕਿ ਗੱਲ। ਇਹਦੇ ਜਾਲੀ ਤਿਆਰ ਨਹੀਂ ਹੈ ਨਜਰ ਸਾਹਿਬ। ਹਾਂ ਬਿਲਕੁਲ ਕਰਨਾ ਹੈ। ਹਾਂ, ਮਾਲਕ ਕਹਿੰਦਾ ਕਿ ਤੇ ਤੇਰੇ ਅੰਦਰ ਜਿਹੜੀ ਹੈਗੀ ਮੇਰੇ ਵੱਲ ਆਉਣ ਦੀ ਇੱਛਾ ਚਾਹੀਦੀ ਹੈ। ਮੈਨੂੰ ਇੱਛਾ ਨਹੀਂ ਹੈਗੀ ਤੇ ਤੈਨੂੰ ਜਿਹੜਾ ਹੈਗਾ, ਕਿਉਂਕਿ ਜੋ ਕੁਝ ਵੀ ਦੇਣਾ ਹੈ ਮਾਲਕ ਨੇ ਦੇਣਾ ਹੈ। ਸੰਗਤ ਬਖਸ਼ਣੀ ਹੈ ਮਾਲਕ ਨੇ ਬਖਸ਼ਣੀ ਹੈ, ਚੜਾਈ ਦੇਣੀ ਹੈ ਮਾਲਕ ਨੇ ਦੇਣੀ ਹੈ, ਪਾਸ ਆਊਟ ਕਰਨਾ ਹੈ ਮਾਲਕ ਨੇ ਕਰਨਾ ਹੈ। ਬਸ ਆ ਗੱਲ ਹੈ। ਹਾਂ ਹਾਂ ਠੀਕ ਹੈ ਨਜਰ ਸਾਹਿਬ, ਅੱਗੇ ਚਲੀਏ। ਫਰੀਦਾ ਰਣਜੀਤ ਜੀ ਮਾਈਕ ਬੰਦ ਕਰ ਦਿਓ ਪਲੀਜ਼। ਹਾਂ ਇਹ ਤੁਰ ਰਹੇ ਆ ਨਾਲ। ਬੰਦ ਨਹੀਂ ਹੋਇਆ ਤੁਹਾਡਾ ਮਾਈਕ ਜੀ ਰਣਜੀਤ ਜੀ। ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਕਹਿੰਦੇ ਇਹ ਇਨਸਾਨ ਦੇਖੋ ਫਰੀਦ ਜੀ ਆਪਣੇ ਆਪ ਨੂੰ ਕੀ ਕਹਿ ਰਹੇ ਆ, ਆਪਣੇ ਤੇ ਕੀ ਲਗਾ ਕੇ ਕਹਿ ਰਹੇ ਆ। ਬੇਨਿਵਾਜਾ ਕਹਿੰਦੇ ਭਗਤੀ ਤੋਂ ਸਖਣਿਆ, ਕੁੱਤਿਆ ਕਹਿੰਦੇ ਇਹ ਚੰਗਾ ਤੇਰਾ ਵੇ ਆਫ ਲਾਈਫ ਚੰਗਾ ਨਹੀਂ ਹੈਗਾ। ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਇਹ ਕੋਈ ਬਈ ਫਰੀਦ ਜੀ ਜਿਹੜੇ ਹੈਗੇ ਰਿਕਮੈਂਡ ਕਰ ਰਹੇ ਆ ਵੀ ਮਸਜਿਦ ਦੇ ਵਿੱਚ ਜਾਣਾ ਹੈ, ਪੰਜ ਵੇਲੇ ਨਮਾਜ਼ ਪੜ੍ਹਨੀ ਆ। ਨਹੀਂ, ਫਰੀਦ ਜੀ ਕਹਿੰਦੇ ਆ ਤੂੰ ਕਦੀ ਭਗਤੀ ਜੀਵਨ ਦੇ ਵਿੱਚ ਲਿਆਂਦੀ ਹੀ ਨਹੀਂ ਪਿਆਰਿਆ। ਆਪਣੇ ਜੀਵਨ ਦੇ ਵਿੱਚ ਜਿਹੜਾ ਹੈਗਾ ਭਗਤੀ ਲਿਆਂਦੀ ਹੀ ਨਹੀਂ ਤੂੰ। ਇਹ ਚੰਗਾ ਜਿਹੜਾ ਹੈਗਾ ਵੇ ਆਫ ਲਾਈਫ ਚੰਗੀ ਨਹੀਂ ਹੈਗੀ। ਇਹ ਤੂੰ ਜਿਹੜਾ ਹੈਗਾ ਸਵਾਸਾਂ ਨੂੰ ਜਿਹੜਾ ਹੈਗਾ ਲੁਟਾ ਰਿਹਾ ਆ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਤੁਸੀਂ ਆਪਣਾ ਜੀਵਨ ਹੀ ਨਸ਼ਟ ਕਰ ਲਿਆ। ਇੱਥੇ ਮਸੀਤ ਦਾ ਮਤਲਬ ਇਹ ਆ, ਦੇਖੋ ਉੱਪਰ ਤੋਂ ਮਨਾ ਕਰਦੇ ਹੋ, ਹੁਣ ਇਹ ਨਹੀਂ ਕਹਿੰਦੇ ਕਿ ਉੱਥੇ ਜਾ ਕੇ ਮੱਥਾ ਟੇਕ ਕੇ ਆ ਜਾ। ਉਹ ਮਸੀਤ ਦਾ ਮਤਲਬ ਇਹ ਹੋ ਕਿ ਦੇਖੋ ਭਗਤੀ, ਆਪਸ ਭਗਤੀ ਸਮਾਧੀ ਲੀਨ ਹੋਣਾ। ਹਾਂ, ਇਹਨੂੰ ਆਤਮਾ ਦੀ ਇੱਛਾ ਨਹੀਂ ਪੈਦਾ ਹੋਈ ਕਿ ਆਤਮਾ ਨੂੰ ਜਾਣਨਾ ਹੈ। ਕਿੰਨਾ ਰੌਲਾ ਹੈ, ਇੰਨੇ ਧਾਰਮਿਕ ਸਥਾਨ, ਇੰਨੇ ਮੰਦਿਰ, ਉਹਨਾਂ ਦੇ ਅੰਦਰ ਬੋਲੀ ਜਾ ਰਹੇ ਨੇ, ਲੋਕ ਪੜ੍ਹੀ ਜਾਣਦੇ ਆ, ਸੁਣੀ ਵੀ ਜਾਣਦੇ ਆ। ਸਰਪੰਚਾਂ ਦਾ ਕਿਆ ਸਿਰ ਮੱਥੇ ਤੇ ਪਨਾਲਾ ਉੱਥੇ ਦਾ ਉੱਥੇ, ਜੀਵਨ 'ਚ ਕੋਈ ਪਰਿਵਰਤਨ ਨਹੀਂ, ਬੇਈਮਾਨੀ ਵੱਧਦੀ ਪਈ ਆ। ਪਰ ਤੈਨੂੰ ਕਿਤੇ ਆਪਣੇ ਆਪ ਤੇ ਕਿਤੇ ਸ਼ੱਕ ਨਹੀਂ ਪੈਂਦਾ ਕਿ ਤੇਰਾ ਜੀਵਨ ਕੀ ਹੈ, ਤੂੰ ਕਿੱਧਰ ਜਾ ਰਿਹਾ, ਔਰ ਕੀ ਗਰੰਟੀ ਆ ਜਿੱਥੇ ਤੂੰ ਜਾ ਰਿਹਾ ਉੱਥੇ ਕੋਈ ਤੈਨੂੰ ਚੰਗੀ ਚੀਜ਼ ਮਿਲ ਜੂਗੀ? ਉਹੋ ਹੀ ਕੁਝ ਮਿਲੂਗਾ ਜੋ ਤੇਰੇ ਕੋਲ ਆਲਰੇਡੀ ਹੈਗਾ, ਵੱਧ ਆ ਜਾਊਗਾ। ਪਰ ਇਹ ਸਵਾਲ ਤੈਨੂੰ ਕਰਨਾ ਪਊ ਕਿ ਜਿੰਨਾ ਚਿਰ ਤੂੰ ਇੱਛਾ ਨਹੀਂ ਨਾ ਪ੍ਰਗਟ ਕਰਦਾ, ਉਹਨਾਂ ਚਿਰ ਤੱਕ ਪ੍ਰਮਾਤਮਾ ਵੀ ਪ੍ਰਗਟ ਨਹੀਂ ਹੋ ਸਕਦਾ, ਕਿਉਂਕਿ ਤੇਰੀ ਇੱਛਾ ਨਹੀਂ ਤੇ ਉਹਨੂੰ ਪ੍ਰਗਟ ਕਰਨਾ ਹੈ ਨਿਜ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਡਿਮਾਂਡ ਐਂਡ ਸਪਲਾਈ ਦੀ ਗੱਲ ਹੈਗੀ ਆ। ਬਿਲਕੁਲ ਡਿਮਾਂਡ ਨਹੀਂ ਹੈ ਤੇ ਸਪਲਾਈ ਨਹੀਂ ਹੋਈ। ਦੇਖਿਆ ਨਾ ਕਿ ਉਹ ਵਸਤੂ ਉਹਨੇ ਕੋਲ ਰੱਖੀ ਹੈ, ਜਿੰਨਾ ਚਿਰ ਮੰਗਦਾ ਨਹੀਂ ਤੇ ਦਿੰਦਾ ਵੀ ਨਹੀਂ। ਹਾਂ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ। ਉਹਨੇ ਜਿਹਨੂੰ ਚਾਹੀਦੀ ਆ ਉਹਨੂੰ ਦਊਗਾ। ਹਾਂਜੀ ਬਿਲਕੁਲ ਠੀਕ ਹੈ ਜੀ ਨਿਜਰ ਸਾਹਿਬ, ਅੱਗੇ ਚੱਲੀਏ। ਹਾਂਜੀ, ਔਰ ਇੱਥੇ ਜਿਹੜਾ ਹੈਗਾ ਦੇਖੋ, ਕਿਉਂਕਿ ਇਹ ਜਿਹੜੀ ਬਾਣੀ ਹੈਗੀ ਆ, ਇਹ ਬਾਣੀ ਨੂੰ ਬੁੱਝਣਾ ਹੈਗਾ ਆਪਾਂ ਨੇ। ਇਹ ਬਾਣੀ ਜਿਹੜੀ ਹੈਗੀ ਲਿਟਰਲੀ ਜਿਹੜੇ ਇਹਦੇ ਜਿਹੜੇ ਆਖਰੀ ਅਰਥ ਨਹੀਂ ਚਾਹੀਦੇ ਸਾਨੂੰ, ਟੀਕਾ ਨਹੀਂ ਚਾਹੀਦਾ ਸਾਨੂੰ, ਚਾਹੀਦਾ ਬਾਣੀ ਕਹਿਣਾ ਕੀ ਚਾਹੁੰਦੀ ਆ। ਇਹਦੇ ਭਾਵ ਜਿਹੜੇ ਹੈ ਇਹ ਮੁੰਦਾਵਣੀ ਹੈਗੀ, ਪਹੇਲੀ ਹੈਗੀ ਆ। ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਪਹਾੜ। ਇਹ ਬਾਣੀ ਜਿਹੜੀ ਆ ਮੁੰਦਾਵਣੀ ਦੇ ਵਿੱਚ ਹੈਗੀ ਆ। ਸਤਿਗੁਰੂ ਨੇ ਤਾਂ ਪਾਈ ਕਿਉਂਕਿ ਇਹ ਬਾਣੀ ਜਿਹੜੀ ਹੈਗੀ ਉਹਨਾਂ ਨੂੰ ਹੀ ਰਾਹ ਦੇਣਾ ਇਹਨੇ, ਜਿਹੜੇ ਆ ਸਹੀ ਮਾਇਨੇ 'ਚ ਇਸ ਰਸਤੇ 'ਤੇ ਤੁਰ ਰਹੇ ਆ। ਔਰ ਤਾਂ ਇਸ ਬਾਣੀ ਨੇ ਜਿਹੜਾ ਹੈਗਾ ਇਹ ਬੁਝਾਰਤ ਜਿਹੜੀ ਹੈਗੀ ਇਹ ਬੁੱਝੀ ਜਾਣੀ ਹੈ, ਇਹ ਬੁੱਝਣੀ ਹੈਗੀ ਬਾਣੀ। ਅੱਗੇ ਦੇਖੋ ਹੁਣ ਫਰੀਦ ਜੀ ਕਹਿ ਰਹੇ ਕਿ ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਸ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਹੁਣ ਦੇਖੋ ਇੱਥੇ ਕਹਿ ਰਹੇ ਕਿ ਜਿਹੜਾ ਸਿਰ ਸਾਈਂ ਦੇ ਨਹੀਂ ਨਿਵਦਾ ਮਾਲਕ ਪਰਮਾਤਮਾ ਦੇ ਅੱਗੇ, ਤੇ ਉਸ ਸਿਰ ਨੂੰ ਕੱਟ ਕੇ ਪਰੇ ਸੁੱਟ ਦੇ। ਹੁਣ ਇੱਥੇ ਜੇ ਸਿਰ ਹੀ ਕੱਟ ਦਿੱਤਾ ਤੇ ਆਪਣੀ ਮਨੁੱਖ ਜੂਨ ਜਿਹੜੀ ਹੈ ਇਹ ਤਾਂ ਰੇਅਰ ਚਾਂਸ, ਆਪਣੀ ਬਾਰੀ ਖਤਮ ਹੋ ਗਈ। ਹੁਣ ਅੱਖਰਾਂ ਦੇ ਇਹਨਾਂ ਦਾ ਅਰਥ ਕੀ ਹੈਗੇ, ਕੀ ਭਾਵ ਅਰਥ ਹੈਗਾ ਇਹਨਾਂ ਦਾ?
ਉੱਠ ਫਰੀਦਾ ਉਜੂ ਸਾਜ, ਉਜੂ ਕਹਿੰਦੇ ਆ ਹੱਥ ਪੈਰ ਧੋਣੇ ਜਿਹੜੇ ਹੈਗੇ, ਕਹਿੰਦੇ ਬਸ ਉੱਠ ਕੇ ਬਸ ਸੁਬਹ ਨਿਵਾਸ ਗੁਜ਼ਾਰ, ਉਹ ਮਾਲਕ ਪਰਮਾਤਮਾ ਦੇ ਨਾਲ ਜੁੜ ਜਾ। ਸਵੇਰ ਦਾ ਵਧੀਆ ਟਾਈਮ ਹੈਗਾ ਔਰ ਤੂੰ ਜਿਹੜਾ ਹੈਗਾ ਆਤਮਾ ਦੇ ਕੋਲੋਂ ਆ ਰਿਹਾ ਆ। ਵਿਚਾਰ ਹਾਲੇ ਤੇਰੇ ਜਿਹੜੇ ਹੈਗੇ ਆ ਇੰਨੇ ਜ਼ਿਆਦਾ ਹੋਏ ਨਹੀਂ, ਫਾਈਲਾਂ ਕਲੋਜ਼ ਹੈਗੀਆਂ ਅਤੇ ਉਹਨਾਂ ਨੂੰ ਨਾ ਖੋਲ। ਔਰ ਇੰਨਾ ਸੋਹਣਾ ਚਾਂਸ ਹੈਗਾ, ਥੋੜ੍ਹੀ ਜਿਹੀ ਮਿਹਨਤ ਕਰੇਗਾ ਅਤੇ ਤੈਨੂੰ ਜਿਹੜੀ ਹੈਗੀ ਵਧੀਆ ਮਨ ਜਿਹੜਾ ਹੈਗਾ ਤੇਰਾ ਟਿਕ ਜਾਏਗਾ। ਉੱਠ ਜਾ, ਉੱਠ ਫਰੀਦਾ ਉਜੂ ਸਾਜ। ਔਰ ਦੇਖੋ ਬਾਣੀ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਰੂਟੀਨ ਦਿੱਤਾ ਹੈ ਆਪਾਂ ਨੂੰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਇੱਥੇ ਦੇਖੋ ਕੀ ਲਿਖਿਆ ਹੈ, ਇੱਥੇ ਲਿਖਿਆ ਵੀ ਭਲ ਕੇ ਉੱਠ ਕੇ ਤੇ ਨਹਾਉਣ ਤੁਰ ਜਾਏ, ਜਾਂ ਭਲ ਕੇ ਉੱਠ ਕੇ ਜਿਹੜਾ ਹੈਗਾ ਪੰਜਾਂ ਬਾਣੀਆਂ ਦਾ ਨਿਤਨੇਮ ਸ਼ੁਰੂ ਕਰ ਦੇ। ਇੱਕ ਕੈਲੰਡਰ ਦਿੱਤਾ ਹੋਇਆ ਚੌਥੀ ਪਾਤਸ਼ਾਹੀ ਨੇ ਭਾਈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੈ। ਉਹ ਤਾਂ ਧਿਆਨ ਦੇ ਵਿੱਚ ਜਾਣ ਨੂੰ ਕਹਿ ਰਹੇ ਆ। ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਹੁਣ ਕਹਿੰਦੇ ਦੇਖੋ ਇਸ਼ਨਾਨ ਕਰਨਾ ਪੈਣਾ, ਉੱਠ ਕੇ ਉਦਮ ਕਰਨਾ ਪੈਣਾ ਤੈਨੂੰ, ਔਰ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਹਾਉਣਾ ਪੈਣਾ ਹੈ ਤੈਨੂੰ। ਹੁਣ ਅੰਮ੍ਰਿਤਸਰ ਮੇਰੇ ਵਰਗਾ ਇੱਥੇ ਕੈਨੇਡਾ ਦੇ ਵਿੱਚ ਬੈਠਾ ਆ, ਮੈਂ ਕਿੱਥੇ ਜਾ ਕੇ ਅੰਮ੍ਰਿਤਸਰ, ਮੈਂ ਕਿਵੇਂ ਗੁਰੂ ਦਾ ਬਚਨ ਕਮਾ ਲੂੰਗਾ ਭਾਈ। ਬਾਣੀ ਤਾਂ ਕਹਿੰਦੀ ਕਾਇਆ ਅੰਦਰ ਅੰਮ੍ਰਿਤਸਰ ਸਾਚਾ। ਬਾਣੀ ਤਾਂ ਆ ਕਹਿ ਰਹੀ ਹੈ ਭਾਈ, ਇਹ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ। ਚੌਥੀ ਪਾਤਸ਼ਾਹੀ ਜਿਹੜੀ ਹੈ ਕੈਲੰਡਰ ਦੇ ਰਹੇ ਆਪਾਂ ਨੂੰ, ਆਪਾਂ ਇਹ ਬਾਣੀ ਦੇ ਫੁੱਲ ਚੜਾਈਏ। ਬਾਣੀ ਜੋ ਕਹਿ ਰਹੀ ਹੈ, ਇਹ ਬਾਣੀ ਆਪਣਾ ਗੁਰੂ ਹੈਗਾ ਭਾਈ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਸ ਗੁਜ਼ਾਰ। ਇੱਥੇ ਹੈ ਅੰਮ੍ਰਿਤ ਕਾਇਆ ਅੰਦਰ ਅੰਮ੍ਰਿਤਸਰ ਸਾਚਾ। ਬਾਣੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਜੇ ਨਹੀਂ ਧਿਆਉਂਦੇ ਆਪਾਂ, ਜੇ ਨਹੀਂ ਆ ਨਮਾਜ਼ ਕਰਦੇ ਸਵੇਰੇ ਉੱਠ ਕੇ, ਤੇ ਆਪਾਂ ਸਿੱਖ ਨਹੀਂ ਹੈਗੇ ਭਾਈ। ਬਾਣੀ ਤਾਂ ਡੈਫੀਨੇਸ਼ਨ ਦੇ ਰਹੀ ਹੈ ਸਿੱਖ ਦੀ, ਵੀ ਸਵੇਰੇ ਉੱਠ ਕੇ ਧਿਆਨ ਦੇ ਵਿੱਚ ਜਿਹੜਾ ਜਾਂਦਾ ਹੈ ਉਹ ਸਿੱਖ ਹੈਗਾ। ਬਾਣੀ ਤਾਂ ਕਾਟੀ ਮਾਰ ਰਹੀ ਹੈ, ਬਾਣੀ ਤਾਂ ਧਿਆਨ ਦੀ ਗੱਲ ਕਰ ਰਹੀ ਹੈ। ਬਾਣੀ ਇਹ ਵੀ ਲਿਖ ਸਕਦੀ ਅਸੀਂ, ਸੁਬਹ ਉੱਠ ਕੇ ਜਿਹੜਾ ਹੈਗਾ ਉਹ ਜਾ ਕੇ ਕਿਤੇ ਜਿਹੜਾ ਹੈਗਾ ਕਿਤੇ ਨਹਾ ਲਏ, ਜਾਂ ਕੋਈ ਜਿਹੜਾ ਹੈਗਾ ਪਾਠ ਕਰ ਲਏ, ਜਾਂ ਕੋਈ ਕਿਤੇ ਜਾ ਕੇ ਤੀਰਥ ਦੇ ਜਾ ਕੇ ਜਿਹੜਾ ਹੈਗਾ ਉੱਥੇ ਚਲੇ ਜਾਏ, ਮੱਥਾ ਟੇਕਣ ਵਾਸਤੇ ਚਲੇ ਜਾਏ। ਮਹਾਰਾਜ ਤਾਂ ਸਾਫ਼ ਕਲੀਅਰ ਕੱਟ ਕਰ ਰਿਹਾ ਵੀ ਉੱਠ ਕੇ ਧਿਆਨ ਦੇ ਵਿੱਚ ਚਾਹੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਹੁਣ ਦੇਖ ਲਓ ਇੱਥੇ ਹੀ ਆਪਾਂ ਜਿਹੜੇ ਹੈਗੇ ਸਿੱਖ ਦੀ ਡੈਫੀਨੇਸ਼ਨ 'ਚੋਂ ਹੀ ਆਪਾਂ ਜਿਹੜੇ ਡੈਫੀਨੇਸ਼ਨ ਦੇ ਵਿੱਚ ਹੀ ਨਹੀਂ ਆਉਂਦੇ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਸ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕਾ ਪੁਤਾਰ। ਜਿਹੜਾ ਤੇਰੇ ਅੰਦਰ ਜਿਹੜੀ ਬੁੱਧੀ, ਤੇਰੇ ਅੰਦਰ ਜਿਹੜੀ ਹੈ ਮਨ ਮਤ, ਜਿਹੜੀ ਤੈਨੂੰ ਭਗਤੀ ਕਰਨ ਤੇ, ਤੈਨੂੰ ਜਿਹੜਾ ਹੈਗਾ ਧਿਆਨ ਦੇ ਵਿੱਚ ਜਾਣ ਤੇ ਰੋਕਦੀ ਆ, ਤੈਨੂੰ ਆਪਣੇ ਅੰਦਰ ਵੜਨ ਤੋਂ ਰੋਕਦੀ ਆ, ਵਿਚਾਰਵੰਦ ਕਰਨ ਤੋਂ ਰੋਕਦੀ ਆ, ਉਹਨੂੰ ਪਰੇ ਸੁੱਟ ਦੇ ਕੱਟ ਕੇ, ਉਹਨੂੰ ਆਪਣੇ ਤੋਂ ਦੂਰ ਕਰ ਲਾ। ਆ ਜਿਹੜੀ ਬ੍ਰਹਮ ਮਤ, ਗੁਰਮਤ ਆ ਲੈ ਲਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਉਹ ਕਹਿ ਰਹੇ ਨੇ ਕਿ ਜਿਹੜੀ ਸ਼ਕਤੀ ਤੈਨੂੰ ਪਰਮਾਤਮਾ ਦੇ ਵੱਲ ਨਹੀਂ ਜਾਣ ਦਿੰਦੀ, ਤੈਨੂੰ ਸੰਸਾਰ ਦੇ ਵੱਲ ਜੋੜਨਾ ਚਾਹੁੰਦੀ ਆ, ਜੇ ਤੂੰ 2 ਮਿੰਟ ਬਹਿ ਵੀ ਜਾਵੇਂ ਤੇਰੇ ਭਾਦੀ ਬਣਾ ਦਿੰਦੀ ਹੈ। ਕਹਿੰਦੇ ਉਹਦਾ ਤਿਆਗ ਕਰ। ਬਿਲਕੁਲ। ਕਿਉਂ? ਕਿਉਂਕਿ ਵਧੀਆ ਨਹੀਂ ਹੈਗੀ, ਉਹ ਐਕਸਕਿਊਜ਼ ਕਰ ਰਹੀ ਆ। ਬ੍ਰਾਹਮਣ ਦੀ ਗੱਲ ਯਾਦ ਹੈ, ਚੰਗਾ ਕੰਮ ਕਰਨਾ ਕਹਿੰਦਾ ਹੁਣੇ ਕਰ ਲਾ, ਤੇ ਮਾੜਾ ਕੰਮ ਕਰਨਾ ਕਹਿੰਦਾ ਉਹਨੂੰ ਕਹਿ ਦੇ ਕਿ ਕੱਲ ਕਰੂੰਗਾ, ਤੂੰ ਕੱਲ ਤੇ ਆਉਣਾ ਨਹੀਂ। ਪਰ ਆਪਾਂ ਏਦਾਂ ਨਹੀਂ ਕਰਦੇ, ਆਪਾਂ ਕਹਿੰਦੇ ਮਾੜਾ ਕੰਮ ਹੁਣੇ ਕਰਾਂਗੇ, ਚੰਗਾ ਕੰਮ ਕੱਲ ਕਰਾਂਗੇ, ਪਰ ਕੱਲ ਕਦੇ ਵੀ ਨਹੀਂ ਹੋਣਾ। ਇਹ ਕਹਿੰਦੇ ਨੇ ਫਰੀਦ ਜੀ, ਕਹਿੰਦੇ ਨੇ ਕਿ ਉਹ ਬੁੱਧੀ ਦਾ ਤਿਆਗ ਕਰ ਦੋ ਜਿਹੜੀ ਤੁਹਾਨੂੰ ਰੱਬ ਦੀ ਵੱਲ ਨਹੀਂ ਜਾਣ ਦੇ ਰਹੀ। ਹੁਣ ਕਿੱਦਾਂ ਤਿਆਗ ਕਰੋਗੇ ਤੁਸੀਂ? ਸੱਜਾ ਹੱਥ ਤੇ ਖੱਬਾ ਹੱਥ ਤੁਸੀਂ ਲੜਦੇ ਆ, ਜਿੱਤੂ ਕਿਹੜਾ? ਕੋਈ ਵੀ ਨਹੀਂ ਜਿੱਤੂਗਾ, ਕਿਉਂਕਿ ਲੜਾਉਣ ਵਾਲਾ ਪਿੱਛੇ ਇੱਕੋ ਆ, ਮਨ।
ਫਿਰ ਮਨ ਨੂੰ ਕਨਵਿੰਸ ਕਰਨਾ ਹੈ। ਦੇਖੋ ਮਨ ਮਾਨਿਆ ਤੇ ਹਰ ਜਾਣਿਆ, ਸਿੰਪਲ ਜੀ ਗੱਲ ਆ, ਟੂ ਦੀ ਪੁਆਇੰਟ ਦੀ ਗੱਲ ਆ। ਇਹ ਜਿੰਨੀ ਵੀ ਕਾਉਂਸਲਿੰਗ ਚੱਲਣ ਦੀ ਆ ਕੇਵਲ ਤੁਹਾਡੇ ਮਨ ਦੇ ਲਈ ਆ, ਬਸ ਉਹ ਮੰਨ ਜੇ, ਬਸ ਉਹ ਐਗਰੀ ਹੋ ਜੇ। 84 ਲੱਖ ਜੂਨ ਹੈਗੀ ਆ, ਅਸੀਂ ਸਾਰੇ ਜੀਵ ਆ, ਇਹ ਸੰਸਾਰ ਇੱਕ ਮਾਇਆ ਹੈ, ਇਹ ਭਰਮ ਹੈ, ਇਹ ਪ੍ਰਮਾਤਮਾ ਨੇ ਬਣਾਈ ਹੈ ਇੱਕ ਸ਼ਕਤੀ, ਔਰ ਉਹਦੇ ਰਾਹੀਂ ਕੰਮ ਕਰਦਾ ਹੈ। ਪ੍ਰਮਾਤਮਾ ਸਾਡੇ ਵਿੱਚ ਆ, ਸਾਡੇ ਬਾਹਰ ਆ। ਸਾਰੀ ਗੱਲਬਾਤ ਕੇਵਲ ਇੱਕ ਗੱਲ ਵਾਸਤੇ ਹੈ ਕਿ ਤੁਹਾਡੇ ਮਨ ਨੂੰ ਕਨਵਿੰਸ ਕੀਤਾ ਜਾਵੇ, ਉਹਨੂੰ ਸਮਝਾਇਆ ਜਾਵੇ। ਤੁਸੀਂ ਦੇਖਿਆ ਨਹੀਂ ਹੈ ਕੋਈ ਬੰਦਾ ਨਸ਼ਾ ਕਰਦਾ ਹੈ, ਕਿੱਦਾਂ ਭੈਣ ਭਰਾ ਮਾਂ ਪਿਓ ਸਾਰੇ ਉਹਦੇ ਕੋਲ ਜਾਂਦੇ ਆ ਕਿ ਪੁੱਤ ਇਸ ਰਸਤੇ ਤੋਂ ਵਾਪਸ ਆ ਜਾ, ਵੀ ਪੁੱਤ ਇਸ ਰਸਤੇ ਤੋਂ ਵਾਪਸ ਆ ਜਾ। ਤੇ ਉਹ ਫਿਰ ਦੱਸਦੇ ਵੀ ਉਹਨੂੰ ਕਿ ਪੁੱਤ ਤੇ ਰਸਤੇ ਦੇ ਚੱਲੇਗਾ, ਤੇਰਾ ਸਰੀਰ ਖਰਾਬ ਹੋ ਜੂ, ਤੇਰਾ ਵਿਆਹ ਹੋਣਾ ਬੜਾ ਔਖਾ ਹੈ, ਤੈਨੂੰ ਕੰਮ ਨਹੀਂ ਮਿਲਣਾ, ਤੇਰੀ ਭੈਣ ਦਾ ਰਿਸ਼ਤਾ ਨਹੀਂ ਹੋਣਾ ਕਿਉਂਕਿ ਤੂੰ ਨਸ਼ਾ ਕਰਦਾ, ਤੇਰੇ ਦੂਜੇ ਭਰਾ ਦਾ ਰਿਸ਼ਤਾ ਨਹੀਂ ਹੋਣਾ ਕਿਉਂਕਿ ਤੂੰ ਨਸ਼ਾ ਕਰਦਾ। ਵਾਲਾ ਨੇ ਕਹਿਣਾ ਅੰਬਲੀ ਪਰਿਵਾਰ ਹੈ, ਠੀਕ ਹੈ। ਤੇ ਉਹ ਹੋ ਸਕਦਾ ਹੈ ਇੱਕ ਨਾ ਇੱਕ ਦਿਨ ਉਹਦੇ ਦਿਮਾਗ 'ਚ ਪੈ ਜੇ ਕਿ ਮੇਰੇ ਕਰਕੇ ਕਿੰਨੇ ਲੋਕ ਦੁਖੀ ਆ, ਉਹਦਾ ਤਿਆਗ ਕਰ ਦੇ। ਤੁਸੀਂ ਉਹਨੂੰ ਨਸ਼ਾ ਕਰਨ ਤੋਂ ਰੋਕ ਨਹੀਂ ਸਕਦੇ, ਕੇਵਲ ਉਹਨੂੰ ਸਮਝਾ ਸਕਦੇ ਜੋ। ਸੁਧਾਰ ਕਰ, ਉੱਥੇ ਕੇਵਲ ਉਹਦੀ ਬੁੱਧੀ ਨੂੰ ਕਨਵਿੰਸ ਕੀਤਾ ਜਾਂਦਾ ਹੈ, ਬਾਰ-ਬਾਰ ਸਮਝਾਇਆ ਜਾਂਦਾ ਹੈ ਕਿ ਉਹ 'ਚ ਕੁਝ % ਲੋਕ ਸਮਝ ਵੀ ਜਾਂਦੇ ਆ। ਨਿਜਰ ਸਾਹਿਬ ਬਿਲਕੁਲ ਉਹ ਤਿਆਗ ਕਰ ਦਿੰਦੇ ਆ, ਕਿਉਂਕਿ ਤਿਆਗ ਕਰਨਾ ਕਿੰਨੇ ਆ? ਅਸੀਂ, ਮੈਂ ਤਿਆਗ ਕਰਾਂਗਾ, ਔਰ ਤੁਹਾਡੇ ਅੰਦਰ ਜਿਹੜਾ ਬੈਠਾ ਉਹਨੂੰ ਵੀ ਤਿਆਗ ਕਰਨ ਵਾਸਤੇ ਅਸੀਂ ਮਜਬੂਰ ਨਹੀਂ ਕਰ ਸਕਦੇ। ਕੇਵਲ ਕਾਉਂਸਲਿੰਗ ਚੱਲ ਰਹੀ ਹੈ, ਉਹਨੂੰ ਸਮਝਾਇਆ ਜਾ ਰਿਹਾ। ਫਿਰ ਉਹ ਕਹਿੰਦੇ ਨੇ ਕਿ ਨਮਾਜ਼ ਜਿਹੜਾ ਅਦਾ ਨਹੀਂ ਕਰਦਾ ਉਹਨੂੰ ਛੱਡ ਦੇ। ਕਿਹਨੂੰ ਛੱਡ ਦੇ? ਐਸੀ ਬੁੱਧੀ ਨੂੰ ਛੱਡ ਦੇ। ਉਹ ਬੁੱਧੀ ਦਾ ਤਿਆਗ ਕਰਦੇ ਜਿਹੜੀ ਤੈਨੂੰ ਕਹਿੰਦੀ ਨਾ ਕੰਮ ਕਰੇ, ਨਾ ਉੱਠ ਸਵੇਰੇ, ਸੌਂ ਜਾ, ਆਪਾਂ ਫਲਾਨਾ ਕੰਮ ਕਰੀਏ, ਉਹ ਤੋਂ ਪੈਸੇ ਮਿਲਣਗੇ, ਇੰਜ ਬੇਈਮਾਨੀ ਕਰਦੇ ਆ, ਆ ਫਲਾਨਾ ਭੋਗਦੇ ਆ। ਉਹ ਕਹਿੰਦੀ ਇਹਦਾ ਤਿਆਗ ਕਰ ਦੇ। ਕਿਉਂ? ਕਿਉਂਕਿ ਤੈਨੂੰ ਗਲਤ ਦਿਸ਼ਾ ਦੇ ਵੱਲ ਲੈ ਕੇ ਜਾ ਰਹੀ ਹੈ, ਕੋਈ ਵਧੀਆ ਦਿਸ਼ਾ ਨਹੀਂ ਹੈਗੀ ਉੱਥੇ। ਆਪ ਸਿਆਣੇ ਜੋ, ਹੁਣ ਬੰਦਾ ਸ਼ਰਾਬ ਪੀਂਦਾ ਕਿੱਡੀ ਵਧੀਆ ਲੱਗਦੀ ਉਹਨੂੰ, ਕਿ ਬੜੀ ਵਧੀਆ ਸ਼ਰਾਬ, ਬੜਾ ਮਜ਼ਾ ਆਉਂਦਾ, 2-3 ਚੱਕਰ ਆ ਜਾਂਦੇ ਆ, ਪਰ ਐਂਡ ਉਹਦਾ ਬਹੁਤ ਮਾੜਾ ਹੈ। ਕਿਉਂਕਿ ਮਸ਼ੀਨ ਹੈ ਨਾ, ਮਸ਼ੀਨ 'ਚ ਸੁੱਟੀ ਜਾਓ ਮਿੱਠਾ, ਸੁੱਟੀ ਜਾਓ, ਹੌਲੀ ਹੌਲੀ ਕਰਕੇ ਉਹਨੇ ਜਵਾਬ ਤੇ ਦੇਣਾ ਹੀ ਹੈ ਨਾ। ਨਿਜਰ ਸਾਹਿਬ ਬਿਲਕੁਲ ਇਸ ਤਰ੍ਹਾਂ ਹੀ ਹੈਗਾ। ਬਿਲਕੁਲ ਮੇਰੇ ਆਪਣੇ ਰਿਸ਼ਤੇਦਾਰ ਹੈਗੇ 2-3 ਵੇਖਿਆ, ਇੱਕ ਤੇ ਛੱਡ ਗਿਆ ਬਿਲਕੁਲ ਹੀ। ਉਹਨੂੰ ਸਮਝਾਉਂਦੇ ਸੀ ਕਿ ਇਹ ਛੱਡ ਦੇ, ਉਹਨੇ ਨਹੀਂ ਛੱਡੀ। ਉਹ ਪਿੰਡ ਵਾਲਿਆਂ ਨੇ ਉਹਦਾ, ਨਿਜਰ ਸਾਹਿਬ, ਉਹਦਾ ਇੰਜਨ ਕੀਤਾ ਬਰਾਬਰ, ਮੁੜ ਕੇ ਛੇਤੀ ਜਾ ਕੇ ਅੰਮ੍ਰਿਤ ਵੀ ਛਕ ਗਿਆ। ਕਈ ਵਾਰੀ ਏਦਾਂ ਲੋਕਾਂ ਦਾ ਤੁੱਕਾ ਲੱਗ ਜਾਂਦਾ, ਉਦਾਂ ਤੇ ਛੱਡਦਾ ਹੀ ਨਹੀਂ ਸੀ। ਉਹ ਪਿੰਡ ਨੇ ਕੁੱਟਿਆ ਉਹਨੂੰ, ਤੇ ਉਹ ਗਾਲਾਂ ਕੱਢਦਾ ਸੀ ਪੀ ਕੇ, ਰੋਜ਼ ਕੱਢਦਾ ਸੀ, ਤੇ ਘਰ ਵਾਲੇ ਕਹਿ ਨਹੀਂ ਸਕਦੇ ਕਿਉਂਕਿ ਭਰਾ ਲੱਗਦਾ ਸੀ। ਉਹ ਪਿੰਡ 'ਚ ਹੈਗਾ ਇਹ ਪਰਿਵਾਰ, ਉਹਨਾਂ ਨੇ ਉਹਦਾ ਇੰਜਣ ਕੀਤਾ ਚੰਗਾ ਰੀਝ ਨਾਲ, ਹੁਣ ਉਹ ਬੰਦੇ ਦਾ ਪੁੱਤ ਬਣ ਗਿਆ, ਪਰ ਸ਼ਾਂਤੀ ਨਾਲ ਕੰਮ ਕਰਦਾ। ਗੁਰਕੀ ਸਾਹਿਬ ਕਈ ਤਾਂ ਇਸ ਤਰ੍ਹਾਂ ਜਿਹੜੇ ਆ ਨਾ, ਉਹ ਨਹੀਂ ਆਉਂਦੇ ਇਸ ਪਾਸੇ। ਜਿਹੜਾ ਨਾ ਦੇਖੋ, ਮੇਰੇ ਕੋਲ ਤਾਜ਼ਾ ਜਿਹੜਾ ਹੈਗਾ ਪਿਛਲੇ ਸਾਲ ਦਾ ਹੀ ਐਗਜ਼ਾਮਪਲ ਹੈਗਾ। ਆਪਣੇ ਮੇਰਾ ਬੇਟਾ ਹੈਗਾ, ਉਹ ਜਿੱਥੇ ਗੁਰਦੁਆਰੇ ਜਾਂਦਾ ਸੀ, ਉਹ ਉਹਨਾਂ ਦੇ ਜਿਹੜੇ ਹੈਗੇ ਗੁਰਦੁਆਰੇ ਦੇ ਭਾਈ ਸਾਹਿਬ ਜਿਹੜੇ ਹੈਗੇ ਆ, ਚੰਗਾ ਪਰਿਵਾਰ ਆ, ਚੰਗੇ। ਉਹਨਾਂ ਦਾ ਬੇਟਾ ਜਿਹੜਾ ਇੱਕੋ ਇੱਕ ਪੁੱਤ ਸੀਗਾ, ਜਿਹੜਾ ਉਹ ਇਸ ਤਰ੍ਹਾਂ ਹੀ ਨਸ਼ੇ ਕਰਦਾ ਸੀਗਾ। ਅਤੇ ਆਪਣੇ ਉਹਨੂੰ ਜਿਹੜਾ ਹੈਗਾ ਆਪਣੇ ਇਹਨਾਂ ਨੇ ਕਿੰਨਾ ਸਮਝਾਇਆ, ਔਰ ਜਿਹੜਾ ਹੈਗਾ ਉਹ ਬਸ ਮੰਨਦਾ ਹੀ ਨਹੀਂ ਸੀਗਾ ਅਤੇ ਨਾ ਹੱਥ ਆਉਂਦਾ ਸੀਗਾ। ਅਤੇ ਬਾਹਰ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਉੱਥੇ ਡਾਇਲਸ ਜਿਹੜਾ ਹੈਗਾ ਉਹਨੇ ਰੋਡ ਦੇ ਉੱਤੇ ਜਾ ਕੇ ਅਤੇ ਮੰਗਦਾ ਸੀਗਾ ਪੈਸੇ। 25 ਸਾਲ ਦਾ ਸੀਗਾ, ਪੈਸੇ ਮੰਗ ਕੇ, ਡਾਲਰ ਮੰਗ ਕੇ ਉਹਨੇ ਜਿਹੜਾ ਹੈਗਾ ਸ਼ਾਮ ਤੱਕ ਨਸ਼ੇ ਜੋਗੇ ਕਰ ਲੈਣੇ। ਅਤੇ ਇਹਨੇ, ਮੇਰੇ ਬੇਟੇ ਨੇ ਉਹਨੂੰ ਲਿਆ ਕੇ ਹੋਟਲ ਦੇ ਵਿੱਚ ਰੱਖਿਆ, ਬਈ ਆਪਣੀ ਨਿਗਰਾਨੀ ਦੇ ਵਿੱਚ ਆਪ ਛੁੱਟੀ ਲੈ ਕੇ ਉਹਦੇ ਨਾਲ ਜਿਹੜਾ ਹੈਗਾ ਰਹਿ ਕੇ, ਬਈ ਕਿਸੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਹੈਗਾ ਮੈਂ ਨਸ਼ਾ ਨਹੀਂ ਕਰਨ ਦੇਣਾ। ਉਹ ਫਿਰ ਜਿਹੜਾ ਦਾਲ ਆ ਕੇ ਜਿਹੜਾ ਭੱਜ ਜਾਂਦਾ ਸੀਗਾ। ਇਸ ਤਰ੍ਹਾਂ 2-3 ਵਾਰੀ ਹੋਇਆ, ਔਰ ਫਾਈਨਲੀ ਜਿਹੜਾ ਹੈਗਾ ਉਹਨਾਂ ਨਸ਼ੇ ਦੇ ਵਿੱਚ ਫਿਰ ਕਾਰ ਦੇ ਹੇਠ, ਗੱਡੀ ਦੇ ਹੇਠ ਆ ਗਿਆ, ਔਰ ਉਹ ਜਿਹੜਾ ਹੈਗਾ ਇਸ ਤਰ੍ਹਾਂ ਉਹਦਾ ਅੰਤ ਹੋਇਆ। ਨਹੀਂ ਮੰਨਦੇ ਗੁਰਕੀ ਸਾਹਿਬ। ਨਿੱਜਰ ਸਾਹਿਬ, ਉਹ ਪਤਾ ਕੀ ਹੋ ਜਾਂਦਾ ਵਾ ਕਿ ਤੁਹਾਡੇ ਅੰਦਰ ਇੱਕ ਨਾ ਛੋਟਾ ਜਿਹਾ ਬ੍ਰੇਨ ਬਣ ਜਾਂਦਾ। ਤੁਸੀਂ ਬਾਣੀ 'ਚ ਨਹੀਂ ਕਿਤੇ ਜਾਨਤ ਵੀ ਔਗਣ ਕਰੇ। ਬਿਲਕੁਲ ਬਿਲਕੁਲ, ਕਿਉਂਕਿ ਉਹਨੇ ਪੁਰਜਾ ਬਣਾ ਲਿਆ, ਤੁਸੀਂ ਹੈਬਿਟ ਬਣਾ ਲਈ ਹੈ, ਹੈਬਿਟ। ਉਹ ਫਿਰ ਵਾਰਿਸ਼ਾ ਕਹਿੰਦਾ, ਵਾਰਿਸ਼ਾਨੀ ਆਦਤਾਂ ਜਾਂਦੀਆਂ ਭਵੇਂ ਕੱਟੀਆਂ ਪੋਰੀਆਂ। ਜੇ ਤੁਸੀਂ ਚੰਗੀਆਂ ਆਦਤਾਂ ਪਾ ਲਈਆਂ
ਤੇ ਉਹ ਵੀ ਨਹੀਂ ਛੁੱਟਣੀਆਂ, ਤੇ ਜੇ ਤੁਸੀਂ ਬੁਰੀਆਂ ਆਦਤਾਂ ਪਾਲੀਆਂ ਤੇ ਉਹ ਵੀ ਨਹੀਂ ਛੁੱਟਣੀਆਂ, ਪਰ ਛੁੱਟ ਸਕਦੀਆਂ ਨੇ ਜੇਕਰ ਤੁਹਾਡੇ ਕੋਲ ਪ੍ਰਾਣ ਹੈਗੀ ਆ, ਪ੍ਰਾਣ ਐਨਰਜੀ ਚਾਹੀਦੀ ਹੈ, ਵੀਟੋ ਪਾਵਰ ਚਾਹੀਦੀ ਹੈ ਤੁਹਾਡੇ ਕੋਲ। ਕਿਉਂਕਿ ਗੱਡੀ ਨੂੰ ਮੋੜਨਾ ਹੈ, ਉਹ ਇੱਕ ਸਪੀਡ ਨਾਲ ਜਾ ਰਹੀ ਹੈ, ਤੁਸੀਂ ਗੱਡੀ ਨੂੰ ਮੋੜ ਕੇ ਵੇਖੋ, ਜਿਹੜੀ ਨੂੰ ਡਰਾਈਵਿੰਗ ਆਉਂਦੀ ਹੈ ਤੁਸੀਂ ਮੋੜ ਕੇ ਵੇਖੋ, ਪਿਆਰ ਨਾਲ ਥੋੜੀ ਮੋੜਦਾ ਸਟੀਅਰਿੰਗ, ਜਿੱਥੇ ਜ਼ੋਰ ਲਾਉਣਾ ਪੈਂਦਾ ਵਾ। ਬਿਲਕੁਲ। ਟਾਇਰ ਤੇ ਸਿੱਧੇ ਜਾਂਦੇ ਆ, ਉਹ ਤੇ ਫਲੈਟ ਹੈਗੇ ਆ, ਮੋੜੋਗੇ ਤੇ ਜ਼ੋਰ ਨਾਲ ਹੀ ਮੋੜਨਗੇ। ਇਸੇ ਲਈ ਮੋੜਨ ਤੋਂ ਪਹਿਲਾਂ ਉਹਦਾ ਅੰਤ ਵੇਖੋ ਕੀ ਹੈ, ਜੋ ਮੈਂ ਕਰ ਰਿਹਾ ਇਹਦਾ ਰਿਜ਼ਲਟ ਕੀ ਨਿਕਲੂਗਾ, ਤੁਹਾਨੂੰ ਪਤਾ ਲੱਗ ਜੂ, ਤੁਸੀਂ ਆਪੇ ਮੋੜਨਾ। ਨਹੀਂ ਯਕੀਨ ਹੁੰਦਾ ਫਿਰ ਜਾ ਕੇ ਜਿਨ੍ਹਾਂ ਦੇ ਲੀਵਰ ਲੂਵਰ ਖਰਾਬ, ਉੱਥੇ ਜਾ ਕੇ ਮਿਲ ਕੇ ਉਹਨਾਂ ਨੂੰ ਪੁੱਛੋ ਕਿੱਦਾਂ ਤਰਲੇ ਲੈਂਦੇ ਆ। ਮੇਰੇ ਇੰਡੀਆ 'ਚ 30-35 ਲੱਖ ਰੁਪਏ ਲੱਗਦਾ, ਔਖਾ ਕੰਮ ਹੈ, ਪਰ ਇਹ ਕਨਵਿੰਸ ਕਰ ਸਕਦੇ ਤੁਸੀਂ ਉਹਨੂੰ, ਬਾਕੀ ਉਹ ਮਰਜ਼ੀ ਹੈ। ਮੇਰੇ ਹਿਸਾਬ ਨਾਲ ਤੇ ਲੋਕੀ ਕਹਿੰਦੇ ਹਨ ਉਹਨੇ ਲਵਾਤਾ ਉਹਨੇ ਲਵਾਤਾ, ਉਹ ਤੇ ਕਹਿਣ ਦੀਆਂ ਗੱਲਾਂ ਹੀ ਆ, ਬੰਦਾ ਖੁਦ ਹੀ ਡੱਫਦਾ, ਕੋਈ ਮਜਬੂਰ ਨਹੀਂ ਹੈਗਾ, ਇਹ ਜਾਣ ਕੇ ਬਹਾਨੇ ਬਣਾਉਂਦਾ। ਬਿਲਕੁਲ। ਕਿਉਂਕਿ ਆਪਣੀ ਰਿਸਪੌਂਸਿਬਿਲਿਟੀ ਨਹੀਂ ਚੁੱਕਣਾ ਚਾਹੁੰਦਾ ਕਿ ਮੈਂ ਜ਼ਿੰਮੇਵਾਰ ਹਾਂ। ਉਹ ਮੈਨੂੰ ਕਹਿੰਦਾ ਜੀ ਫਲਾਣੇ ਦੇ ਦਿੱਤਾ, ਮੈਂ ਇੰਝ ਕਰਦਾ ਇੰਝ ਕਰਦਾ। ਠੀਕ ਹੈ ਜੀ, ਅੱਜ ਫਿਰ ਆਪਾਂ ਟੌਪਿਕ ਤੇ ਵਾਪਸ ਆਉਂਦੇ ਆ, ਤੇ ਉਹ ਕਹਿੰਦੇ ਆ ਕਿ ਜਿਹੜਾ ਤੇਰਾ ਜੀਵਨ ਹੈ ਨਾ, ਉਹਦੇ ਵਿੱਚ ਰੱਬ ਦਾ ਨਾਮ ਬੜਾ ਲੈਣਾ ਜ਼ਰੂਰੀ। ਉਹ ਕਹਿੰਦੇ ਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤੇ ਮਨ ਤਨ ਪਿਆ ਅਰੋਗਾ। ਤੇ ਜਦੋਂ ਤੂੰ ਭਗਤੀ ਕਰੇਂਗੇ ਤਾਂ ਕੀ ਹੋਊਗਾ, ਤੇਰਾ ਮਨ ਜਿਹੜਾ ਰੋਗੀ ਆ ਉਹ ਵੀ ਠੀਕ ਹੋ ਜਾਏਗਾ, ਤੇ ਜੇ ਤੇਰੇ ਤਨ 'ਚ ਕੋਈ ਬਿਮਾਰੀ ਹੈਗੀ ਆ ਨਿੱਜਰ ਸਾਹਿਬ, ਉਹ ਵੀ ਠੀਕ ਹੋ ਜਾਏਗੀ। ਬਿਲਕੁਲ ਸਹੀ ਗੱਲ। ਅੱਗੇ ਚੱਲੀਏ। ਹਾਂ, ਅੱਗੇ ਫਰੀਦ ਜੀ ਕਹਿ ਰਿਹਾ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੇ ਕਾਏ। ਮੈਨੂੰ ਦੱਸ ਭਾਈ, ਜੇ ਤੇਰੇ ਮਨੁੱਖੀ ਸਰੀਰ ਹੈਗਾ ਤੇਰੇ ਕੋਲ, ਤੇ ਜੇ ਤੂੰ ਇਹਦੇ ਵਿੱਚ ਭਗਤੀ ਨਹੀਂ ਹੈਗੀ, ਤੇਰੇ ਜੀਵਨ ਦੇ ਵਿੱਚ ਭਗਤੀ ਨਾਮ ਦੀ ਚੀਜ਼ ਨਹੀਂ ਆ, ਉਹ ਮਾਲਕ ਜਿਹਨੇ ਤੈਨੂੰ ਭੇਜਿਆ ਆ, ਜੇ ਤੇਰੇ ਅੰਦਰ ਉਹਦਾ ਥੈਂਕ ਯੂ ਕਰਨ ਦੀ ਜਿਹੜੀ ਹੈਗੀ, ਉਸ ਮਾਲਕ ਨੂੰ ਜਿਹੜਾ ਹੈਗਾ ਨਮਸਕਾਰ ਕਰਨ ਦੀ ਤੇਰੇ ਅੰਦਰ ਇੱਛਾ ਨਹੀਂ ਹੈਗੀ, ਤੇ ਤੇਰਾ ਜਿਹੜਾ ਹੈਗਾ ਇਹਦਾ ਫਾਇਦਾ ਕੀ ਹੈ ਸਰੀਰ ਦਾ। ਫਰੀਦ ਜੀ ਕਹਿੰਦੇ ਆ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੇ ਕਾਏ। ਉਹਦਾ ਕੀ ਕਰਨਾ ਹੈ, ਕਹਿੰਦੇ ਹੁਣ ਜਿੰਨੀ ਉਮਰ ਆ ਜਿਹੜੀ ਆਪਾਂ ਮਨੁੱਖੀ ਜੂਨ ਮਿਲੀ ਆ, ਜੇ ਆਪਾਂ ਭਗਤੀ ਨਾਮ ਦੀ ਚੀਜ਼ ਆਪਣੇ ਜੀਵਨ ਦੇ ਵਿੱਚ ਨਹੀਂ ਹੈਗੀ ਆ, ਤੇ ਇਹ ਜਿਹੜੀ ਉਮਰ ਹੈਗੀ ਆ, ਇਹ ਤਾਂ ਆਪਾਂ ਨੇ ਇਸ ਤਰ੍ਹਾਂ ਜਿਹੜੀ ਜਿਵੇਂ ਕੋਈ ਜਿਹੜਾ ਹੈਗਾ ਨਾ ਇੱਕ ਰੱਸੀ ਜਿਹੜੀ ਹੈਗੀ ਉਹਨੂੰ ਅੱਗ ਲਗਾ ਦਿਓ ਤੇ ਸਾੜ ਦਿਓ, ਉਵੇਂ ਦੇ ਉਮਰ ਗੁਜ਼ਰ ਗਈ। ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ। ਕਹਿੰਦੇ ਤੂੰ ਤਾਂ ਜਿਹੜਾ ਹੈਗਾ ਇਹ ਚੁੱਲ੍ਹੇ ਦੇ ਵਿੱਚ ਲੱਕੜੀ ਦੀ ਜਗ੍ਹਾ ਤੇ ਆਪਣੀ ਉਮਰ ਜਿਹੜੀ ਹੈ ਸਾੜ ਦਿੱਤੀ ਭਾਈ, ਬਾਲਣ ਵਾਂਗੂ ਆਪ ਜਿਹੜਾ ਹੈਗਾ ਸਾੜ ਦਿੱਤੀ। ਤੂੰ ਦੱਸ ਦੇ ਬਈ, ਹੁਣ ਜੇ ਆਪਾਂ ਖੁਦ ਆਪਣੇ ਤੋਂ ਪ੍ਰਸ਼ਨ ਕਰੀਏ ਵੀ ਮੇਰੇ ਹੁਣ ਜੀਵਨ ਜਿਹੜਾ ਹੈਗਾ ਇੰਨਾ ਜੀਵਨ ਚਲਾ ਗਿਆ, ਇਹਦੀ ਆਊਟਪੁੱਟ ਕੀ ਹੈਗੀ ਜਿਹੜੀ ਮੈਂ ਨਾਲ ਲੈ ਕੇ ਜਾਊਂਗਾ। ਜਾਣਾ ਤਾਂ ਹੈ ਹੀ, ਆਪਣੇ ਸਾਹਮਣੇ ਜਿਹੜਾ ਹੈਗਾ ਕਿਸੇ ਨਾ ਕਿਤੇ ਮੌਤ ਹੋ ਰਹੀ ਹੈ, ਔਰ ਆਪਾਂ ਨੂੰ ਪਤਾ ਹੈ ਵੀ ਅਸੀਂ ਵੀ ਜਿਹੜਾ ਹੈ ਰਹਿਣਾ ਨਹੀਂ ਹੈਗਾ। ਹਾਂਜੀ ਵੀਰ ਜੀ। ਨਿਜਰ ਸਾਹਿਬ ਸਾਡੇ ਇਲਾਕੇ ਤੇ ਮੜੀਆਂ ਵਾ, ਇੱਕ ਇੱਥੇ ਅੰਮ੍ਰਿਤਸਰ ਸਾਊਥ 'ਚ ਆ, ਇੱਕ ਉਹ ਸ਼ਿਵਾਲਾ ਮੰਦਿਰ ਵਾਲੇ, ਉੱਥੇ ਕਾਫੀ ਬੰਦੇ ਸੜਦੇ ਆ। ਅਸੀਂ ਜੋ ਜਾਈਏ ਨਾ, ਬੰਦਾ ਮਰ ਜਾਂਦਾ, ਵਾਹਵਾ ਜ਼ਿਆਦਾ ਵੱਡੀ ਕੁਆਂਟੀਟੀ 40-50 ਬੰਦੇ ਨਾ ਉੱਥੇ ਚੱਲ ਰਹੇ ਹੁੰਦੇ ਆ। ਤੇ ਔਰ ਕਿਸੇ ਨੂੰ ਪੁੱਛ ਲਓ ਕਿ ਤੁਸੀਂ ਜਾਣਾ, ਉਹ ਕਹਿੰਦੇ ਕਿੰਨੇ ਜਾਣਾ, ਮੈਂ ਨਹੀਂ ਜਾਣਾ, ਉਹ ਚੱਲ ਗਿਆ ਵਾ। ਪਰ ਬੰਦਾ ਸੋਚਦਾ ਨਹੀਂ ਕਿ ਤੂੰ ਵੀ ਜਾਣਾ, ਉਹ ਨਹੀਂ ਜਾਏਗਾ, ਇੱਥੇ ਰਹਿ ਜਾਏਗਾ। ਇੱਥੇ ਤੇ ਇਹ ਤਾਂ ਪੋਸੀਬਲ ਨਹੀਂ ਹੈਗਾ, ਇਟ ਇਜ਼ ਨਾਟ ਪੋਸੀਬਲ। ਠੀਕ ਹੈ ਜੀ, ਆਪਣੇ ਸਰੀਰ ਦਾ ਇਸ਼ਨਾਨ ਆਪਾਂ ਪਾਣੀ ਨਾਲ ਕਰਦੇ ਹਾਂ, ਮਨ ਦਾ ਇਸ਼ਨਾਨ ਹੋਣਾ ਜੇ ਧਿਆਨ ਦੇ ਨਾਲ। ਧਿਆਨ ਕੀ ਹੈ? ਧਿਆਨ ਇਹ ਆ ਕੁਝ ਸਮੇਂ ਲਈ ਆਪਣੇ ਆਪ ਨੂੰ ਇਸ ਸੰਸਾਰ ਤੋਂ ਅਲੱਗ ਕਰ ਲਓ, ਤੇ ਅੰਦਰ ਤੁਹਾਡੇ ਜੋ ਸੂਖਮ ਕਿਰਿਆ ਹੋ ਰਹੀ ਉਹਨੂੰ ਦੇਖੋ। ਬਸ ਇਹ ਅੰਦਰ ਚੱਲਣ ਕੀ ਦਿਆ ਹੈ, ਉੱਥੇ ਜਾਓ, ਉੱਥੇ ਬੜਾ ਕਬਾੜ ਮਿਲਣਾ ਤੁਹਾਨੂੰ। ਲੋਕੀ ਕਹਿੰਦੇ ਭਾਜੀ ਵਿਚਾਰ ਬਹੁਤ ਆਉਂਦੇ ਨੇ, ਮੈਂ ਅੰਦਰ ਤਾਂ ਕਬਾੜ ਬਹੁਤ ਇਕੱਠਾ ਕੀਤਾ, ਵਿਚਾਰ ਉਹਦੇ ਹੀ ਹੈ। ਚੁੱਕ ਕੇ ਕੂੜਾ ਇਕੱਠਾ ਕਰਕੇ ਲੈ ਜਾਓ, ਕੂੜਾ ਕਰਕਟ। ਹੁਣ ਤੁਸੀਂ ਅਲਮਾਰੀ ਖੋਲੋਗੇ ਤੇ ਉਹ ਚੋਂ ਪਹਿਲਾਂ ਤਾਂ ਕੂੜਾ ਹੀ ਮਿਲਣਾ ਜਿਹੜਾ ਸੁੱਟੇ ਅੰਦਰ ਜ਼ਿਆਦਾ। ਉਹ ਤਾਂ ਦਰਵਾਜ਼ਾ ਅਲਮਾਰੀ ਦਾ ਖੋਲਦੇ ਸਾਰੀ ਤੇ ਕੁਛ ਤਾਂ ਥੱਲੇ ਡਿੱਗ ਪੈਣਾ ਹੈ। ਤੁਹਾਡੇ ਮਨ ਦੇ ਵਿੱਚ ਚੁੱਕ ਲਿਆਵਾਂ। ਉਹ ਕਹਿੰਦੇ ਸ਼ੁਰੂ ਚ ਕੂੜਾ ਹੀ ਮਿਲਣਾ ਹੈ, ਕਿਉਂਕਿ ਕੂੜਾ ਕਾਫੀ ਜਨਮਾਂ ਤੋਂ ਇਕੱਠਾ ਕੀਤਾ ਤੇ ਹੁਣੇ ਵੀ ਕਰ ਲਿਆ। ਤੇ ਇਸ ਕਰਕੇ ਉਹ ਕਹਿੰਦੇ ਆ ਕਿ ਥੋੜਾ ਜਿਹਾ ਤੁਸੀਂ ਬਾਰ-ਬਾਰ ਜਾਓ, ਹਰ ਦਿਨ ਸੁਬਾਹ ਨਮਾਜ਼
ਮਤਲਬ ਕਰੋ, ਮਤਲਬ ਕਹਿਣ ਤੋਂ ਭਾਵ ਕਿ ਸ਼ੁਰੂ ਸਵੇਰੇ ਸਵੇਰੇ ਪਤਾ ਕੀ ਹੁੰਦਾ ਹੈ, ਜਾਗਰਤ। ਹੁਣ ਆਪਾਂ ਗੱਲਾਂ ਕਰਦੇ ਹਾਂ ਸਪਨ, ਸੁਖਾਪਤੀ ਤੇ ਤੁਰੀਆ। ਸਵੇਰੇ ਜਦੋਂ ਉੱਠਦੇ ਆ ਨਾ ਤਾਂ ਉਸ ਟਾਈਮ ਤੇ ਕੀ ਹੁੰਦਾ ਕਿ ਸੁਖਾਪਤੀ ਦੇ ਵੱਲ ਆਪਾਂ ਬਹੁਤ ਕਰੀਬ ਹੁੰਦੇ ਹਾਂ। ਬਿਲਕੁਲ। ਤੇ ਉਸ ਮਤਲਬ ਉੱਥੋਂ ਹੀ ਆਪਾਂ ਨਾਲ ਹੀ ਤੁਰੀਆ ਅਵਸਥਾ ਹੈ, ਨਿਰਵਿਚਾਰ ਅਵਸਥਾ। ਬਿਲਕੁਲ। ਕਿਉਂਕਿ 3 ਫੇਸ ਆਲਰੇਡੀ ਤੁਸੀਂ ਪੂਰੇ ਕੀਤੇ। ਜਾਗਰਤ ਵੀ ਤੁਸੀਂ ਵੇਖ ਲਿਆ, ਸਪਨ ਸਪਨੇ ਵੀ ਵੇਖ ਲਏ, ਫਿਰ ਸੁਖਾਪਤੀ ਵੀ ਵੇਖ ਲਈ, ਨਿਰਵਿਚਾਰ ਅਵਸਥਾ ਜਿੱਥੇ ਕੋਈ ਵਿਚਾਰ ਨਹੀਂ ਹੈਗਾ, ਕੋਈ ਸੁਪਨਾ ਨਹੀਂ ਹੈਗਾ। ਔਰ ਉਸ ਤੋਂ ਅੱਗੇ ਤੁਰੀਆ, ਜਿਹੜਾ ਆਪਾਂ ਸਵੇਰੇ ਜਾਪ ਕਰਦੇ ਹਾਂ, ਬੰਦਗੀ ਕਰਦੇ ਹਾਂ, ਉਹਦਾ ਮਤਲਬ ਹੈ ਕਿ ਅਸੀਂ ਬਹੁਤ ਕਰੀਬ ਹਾਂ। ਉੱਥੇ ਤੁਹਾਡਾ ਮਨ ਬਹੁਤ ਆਸਾਨੀ ਨਾਲ ਇਕਾਗਰ ਹੋ ਜਾਏ। ਨਿਰਵਿਚਾਰ ਤੋਂ ਤਾਂ ਆਪਾਂ ਆ ਰਹੇ ਹਾਂ ਉਸ ਟਾਈਮ ਬਸ। ਹਾਂ, ਨਿਰਵਿਚਾਰ ਚ ਆਏ ਹੁੰਦੇ ਆ। ਉਸ ਟਾਈਮ ਤੇ ਬਲੱਡ ਦਾ ਸਪਲਾਈ ਬਹੁਤ ਘੱਟ ਹੁੰਦੀ ਹੈ, ਇਸ ਕਰਕੇ ਸਵਾਸ ਵੀ ਥੋੜੇ ਜਿਹੇ ਰਿਦਮ ਚ ਹੁੰਦੇ ਆ। ਬਾਅਦ ਚ ਜਿਵੇਂ ਜਿਵੇਂ ਆਪਣਾ ਸੌਫਟਵੇਅਰ ਅਪਡੇਟ ਹੁੰਦਾ ਹੈ, ਤੁਸੀਂ ਵੇਖੋ ਤੇ ਸਾਰਾ ਕੁਝ ਵਾਪਸ ਆ ਜਾਂਦਾ, ਸਾਰੇ ਵਿਚਾਰ ਚਿੰਬੜ ਜਾਂਦੇ ਆ। ਪਰ ਕਿਸੇ ਬੰਦੇ ਨੂੰ ਕਹੋ ਕਿ ਤੇਰੇ ਮਨ ਨੂੰ ਵਿਚਾਰ ਚਿੰਬੜੇ ਆ, ਉਹ ਕਹਿੰਦਾ ਇਹ ਵਿਚਾਰਾਂ ਦੇ ਕਰਕੇ ਤੇ ਮੇਰਾ ਜੀਵਨ ਚੱਲਣ ਦਿਆ। ਪਰ ਉਹਨੂੰ ਇਹ ਨਹੀਂ ਪਤਾ ਭੋਲਿਆ, ਇਹ ਵਿਚਾਰ ਤੂੰ ਨਹੀਂ ਕਰ ਰਿਹਾ, ਇਹ ਆਪਣੇ ਆਪ ਚੱਲ ਰਹੇ ਆ, ਆਪਣੇ ਆਪ ਚੱਲ ਰਹੇ। ਬਿਲਕੁਲ। ਬਾਣੀ ਕਹਿੰਦੀ ਹੈ ਮਤਾ ਪਕਾਵੇ ਪਸ਼ਚਿਮ ਕੋ ਪੂਰਬ ਹੀ ਲੈ ਜਾਤ। ਕਹਿੰਦੇ ਤੇਰੇ ਵਿਚਾਰ ਜਿਹੜੇ ਹੈਗੇ 99% ਵੇਸਟ ਆ, ਟਾਈਮ ਵੇਸਟੇਜ ਹੈਗੀ। ਇਹਦੇ ਵਿੱਚ ਕੁਝ ਵੀ ਨਹੀਂ ਹੋਣਾ। ਜਿਹੜਾ ਹੈਗਾ ਉਹ ਮਾਲਕ ਨੇ ਕਰਨਾ ਹੈ, ਉਹ ਕੁਦਰਤ ਨੇ ਕਰਨਾ ਹੈ ਆਪਣੇ ਆਪ। ਜੋ ਉਹਦੀ ਮਰਜ਼ੀ ਆ ਉਹ ਹੋਣਾ ਹੈ, ਤੇਰੇ ਵਿਚਾਰਾਂ ਦੇ ਨਾਲ ਨਹੀਂ ਹੋਣਾ ਭਾਈ। ਹਾਂਜੀ ਵੀਰ ਜੀ। ਬਾਣੀ ਜਿਸੇ ਕਰ ਕਿਹਾ ਜੋ ਜੋ ਦਿਸੇ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਿਲਕੁਲ। ਜੋ ਜੋ ਦਿਸੇ ਕਹਿੰਦੇ ਸਾਰੇ ਬਿਮਾਰ ਨੇ, ਕਿਹਦੇ ਨਾਲ? ਵਿਚਾਰਾਂ ਦੇ ਨਾਲ। ਬਹੁਤ ਵਧੀਆ। ਇਸ ਕਰਕੇ ਸਭ ਤੁਰੀਆ ਜਾ ਰਹੇ ਨੇ, ਭੀੜਾਂ ਦੀਆਂ ਭੀੜ। ਔਰ ਕਿਸੇ ਨੂੰ ਕਹਿ ਦੇ ਵਿਚਾਰਾਂ ਦੀ ਗੱਲ, ਉਹ ਕਹਿੰਦੇ ਬਾਬਾ ਜੀ ਸਾਨੂੰ ਨਹੀਂ ਪਤਾ। ਤੁਸੀਂ ਏਦਾਂ ਕਰੋ, ਆ 5 ਬਾਣੀ ਦਾ ਪਾਠ ਕਰੋ, ਇੱਥੇ ਇਸ਼ਨਾਨ ਕਰ ਲਿਆ ਕਰੋ, ਘੰਟਾ ਡੇਢ ਘੰਟਾ ਸੇਵਾ ਕੀਤੀ, ਉੱਥੇ ਲੰਗਰ ਪਕਾਇਆ, ਭਾਂਡੇ ਧੋਤੇ, ਚਲੋ ਘਰ ਨੂੰ ਚੱਲੋ। ਫਿਰ ਇੱਥੇ ਗੁਰੂ ਗੋਪਾਲ ਜੀ ਬਾਬਾ ਜੀ ਹੈਗੇ ਨੇ, ਜਿੱਦਾਂ ਜੀ ਲੜੀਵਾਰ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ, ਤੇ ਸਲਿੱਪਾਂ ਲੈ ਜਾਓ ਸਾਡੇ ਤੋਂ, ਕਿੰਨੇ ਕਰੋਗੇ। ਫਿਰ ਉਸ ਤੋਂ ਬਾਅਦ ਜੀ ਉਹ ਕੀਰਤਨ ਦਰਬਾਰ ਚ ਬੋਲੋ ਵਾਹਿਗੁਰੂ ਏਦਾਂ ਬੋਲ ਕੇ ਅਸੀਂ ਨਾ ਐਰਕੀ ਦੀ 10,000 ਸੁਖਮਨੀ ਸਾਹਿਬ ਦਾ ਪਾਠ ਕਰਾਤਾ। ਕਰੋ ਗੱਲ, ਉਹਨੂੰ ਪੁੱਛੋ ਕਿ ਬਈ ਉਹ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਵਿੱਚ ਕੀ ਲਿਖਿਆ, ਕੁਛ ਕਿਹਾ ਏਦਾਂ ਦੀ ਗੱਲਬਾਤ ਲਿਖੀ ਉਹਨਾਂ ਨੇ ਕਿ ਤੁਸੀਂ ਇੰਨੇ ਪਾਠ ਕਰਾਉਣੇ ਸੀ? ਕਿਤੇ ਲਿਖਿਆ? ਦੱਸੋ ਮੈਨੂੰ, ਕਿੱਥੇ ਲਿਖਿਆ ਬਾਣੀ ਚ? ਇੰਨੇ ਬ੍ਰਹਮ ਗਿਆਨੀ ਹੋ, ਉਹ ਤਾਂ ਮਨਾ ਕਰਨ ਦੇ। ਉਹ ਕਹਿੰਦੇ ਅੰਦਰ ਲਿਖੋ, ਇਹਨੂੰ ਵਿਚਾਰ ਕਰੋ, ਬਾਣੀ ਚ ਕੀ ਕਿਹਾ ਵਾ। ਤੁਸੀਂ ਉਹ ਕਰੋ ਕਿ ਜੋ ਤੁਹਾਡਾ ਜੀਵਨ ਉੱਚਾ ਹੋਵੇ। ਬਾਣੀ ਪੜ੍ਹਨੀ ਕੋਈ ਮਾੜੀ ਚੀਜ਼ ਨਹੀਂ ਆ, ਪੜ੍ਹਨੀ ਜ਼ਰੂਰੀ ਆ। ਪਰ ਜੇ ਮਨ ਤੁਹਾਡਾ, ਉਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਨਮਾਜ਼ ਚ ਹੈਗਾ ਹੀ ਨਹੀਂ ਉੱਥੇ, ਪਹਿਲਾਂ ਮਨ ਦਾ ਤੇ ਇਲਾਜ ਕਰ ਲਓ। ਮਨ ਤੇ ਕੁਝ ਭੇਡਾਂ ਬੱਕਰੀਆਂ ਲਈ ਫਿਰਦੇ ਆ, ਤੇ ਫਿਰ ਉਹ ਜਿੱਥੇ ਮਨ ਆ ਉਹਨੂੰ ਸ਼ੁੱਧ ਕਿੱਦਾਂ ਕਰਨਾ? ਉਹਨੂੰ ਸ਼ੁੱਧ ਕਰਨ ਦਾ ਕੇਵਲ ਇੱਕੋ ਹੀ ਤਰੀਕਾ ਹੈ, ਉਹ ਹੈ ਧਿਆਨ। ਜਿਹੜਾ ਧਿਆਨ ਖੰਡਿਤ ਹੋ ਗਿਆ, ਔਰ ਧਿਆਨ ਇਕੱਠਾ ਕਿੱਦਾਂ ਹੋਣਾ? ਭਗਤੀ। ਉਸ ਪਰਮਾਤਮਾ ਦੀ ਗੜੀ ਅਰਦਾਸ ਕਰੋ ਕਿ ਮੇਰੇ ਪਿਤਾ, ਮੇਰੇ ਵਾਸ ਦੀ ਗੱਲ ਨਹੀਂ ਹੈ, ਇਹ ਤੇ ਬੜੀ ਜਟਿਲ ਸਾਧਨਾ ਹੈਗੀ ਹੈ। ਸਾਰਾ ਕੰਮ ਹੀ ਤੁਹਾਡੇ ਤੇ ਆ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਬਾਹਰ ਤੇ ਕੁਛ ਹੈਗਾ ਵੀ ਨਹੀਂ। ਬਿਲਕੁਲ ਸਹੀ ਗੱਲ ਹੈ। ਸਾਰੀ ਜਿੰਨੀ ਵੀ ਹੋਮਵਰਕ ਆ, ਸਾਰਾ ਲੈਸਨ ਤੁਸੀਂ ਇੱਥੋਂ ਲੈਣਾ ਵਾ, ਇੱਥੋਂ ਬਾਣੀ ਤੋਂ। ਫਿਰ ਆਪਣੇ ਤੇ ਕੰਮ ਕਰੋ ਸ਼ੁਰੂ। ਉਹ ਡਾਇਰੈਕਸ਼ਨ ਦਿੰਦੀ ਹੈ ਕਿੱਥੇ ਕਿੱਥੇ ਕੰਮ ਕਰਨ ਦੀ ਲੋੜ ਆ। ਹੁਣ ਤੁਹਾਨੂੰ ਪਤਾ ਹੀ ਹਰ ਦਿਨ ਮੈਸੇਜ ਮਿਲਦਾ। ਫਿਰ ਸੰਸਾਰ ਕੀ ਕਰਦਾ ਹੈ? ਸੰਸਾਰ ਤੁਹਾਡੇ ਅੰਦਰ ਜਿਹੜੀ ਚੀਜ਼ ਛੁਪੀ ਹੋਈ ਉਹਨੂੰ ਪ੍ਰਗਟ ਕਰਨ ਦਿਆ। ਕ੍ਰੋਧ ਹੈ ਤੇ ਉਹਨੂੰ ਪ੍ਰਗਟ ਕਰੂਗਾ, ਲੋਭ ਆ, ਕਿਉਂਕਿ ਸੰਸਾਰ ਇੱਕ ਸ਼ੀਸ਼ਾ ਹੈਗਾ ਹੈ। ਬਿਲਕੁਲ। ਉਹਨੇ ਪ੍ਰਗਟ ਕਰਨਾ ਹੀ ਕਰਨਾ। ਗੈਸ ਹੈਗੀ ਹੈ ਤੇ ਲਾਈਟਰ ਲਾਤਾ ਤੇ ਨਾਲ ਹੀ ਭਮਾਕਾ ਪੈ ਜਾਣਾ। ਤੇ ਮੇਰੇ ਵਰਗੇ ਕਹਿੰਦੇ ਨਹੀਂ ਜੀ, ਇਹਨੇ ਮੈਨੂੰ ਗੁੱਸਾ ਚਾੜਤਾ। ਠੀਕ ਆ, ਗੁੱਸਾ ਛਾੜਤਾ ਹੈ, ਪਰ ਖਾਲੀ ਸਿਲੰਡਰ ਦੇ ਲਾਗੇ ਲਾਈਟਰ ਲੈ ਕੇ ਜਾ, ਉੱਥੇ ਕਿਉਂ ਨਹੀਂ ਅੱਗ ਲੱਗਦੀ? ਨਿੱਜਰ ਸਾਹਿਬ। ਬਿਲਕੁਲ। ਇਹਦਾ ਮਤਲਬ ਤੇਰੇ ਅੰਦਰ ਥੋੜੀ ਬਹੁਤੀ ਗੈਸ ਤੇ ਹੈਗੀ ਹੈ ਨਾ, ਬਿਲਕੁਲ, ਅੱਗ ਲੱਗਣ ਦੀ। ਬੰਦਾ ਕਿਤੇ ਮੰਨਦਾ? ਬੰਦਾ ਕਹਿੰਦਾ ਨਹੀਂ, 101% ਉਹਦਾ ਕਸੂਰ ਅਗਲੇ ਦਾ। ਨਾ ਉਹਦਾ ਤਾਂ ਥੈਂਕ ਯੂ ਕਰਨਾ ਚਾਹੀਦਾ ਹੈ ਗੋਰਕੀ ਸਾਹਿਬ, ਥੈਂਕ ਯੂ ਕਰਨਾ ਚਾਹੀਦਾ ਹੈ। ਘੱਟ ਤੋਂ ਘੱਟ ਉਹਨੇ ਜਿਹੜਾ ਹੈਗਾ ਮੇਰੇ ਅੰਦਰ ਦੱਸਿਆ ਤਾਂ ਹੈਗਾ ਵੀ ਮੇਰੇ ਅੰਦਰ ਗੈਸ ਪਈ ਆ। ਨਿੱਜਾ ਸਾਹਿਬ ਸ਼ੁਕਰ ਕਰੋ, ਥਰਮਾਮੀਟਰ ਦਾ ਕੰਮ ਕਰਦੇ ਆ ਜੋ। ਹਾਂ ਬਿਲਕੁਲ। ਹੁਣ ਮੇਰੇ ਵਰਗਾ ਥਰਮਾਮੀਟਰ ਕੋਲ ਜਾਂਦਾ ਹੈ ਤੇ ਨਾਲ ਹੀ ਥਰਮਾਮੀਟਰ ਨੂੰ ਤੋੜਨ ਨੂੰ ਫਿਰਦਾ ਹੈ
ਇਹਨੇ ਮੇਰਾ ਬੁਖਾਰ ਕਿਉਂ ਦੱਸਤਾ? ਉਹ ਤੇ ਕਹਿੰਦੇ ਆਦੀ ਵਿਆਦੀ ਨਹੀਂ ਬੁਖਾਰ ਚੜੇ ਤੁਹਾਨੂੰ, ਤੇ ਸਾਨੂੰ ਕੋਈ ਦੱਸਦਾ ਵੀ ਆ ਤੇ ਅਸੀਂ ਕਹਿੰਦੇ ਇਹ ਕਿਹੜਾ ਡਾਕਟਰ ਹੈ ਜੀ, ਇਹ ਡਾਕਟਰ ਬਦਲ ਦੋ, ਇਹ ਡਾਕਟਰ ਨਹੀਂ ਸਹੀ। ਤੇ ਬਹੁਤ ਸਾਡੇ ਚ ਕਮੀਆਂ ਪੇਸ਼ੀਆਂ ਕੱਢਣ ਦਿਆ। ਸਾਨੂੰ ਤੇ ਉਹ ਡਾਕਟਰ ਦਓ ਜਿਹੜਾ ਕਵੇ ਕਿ ਤੂੰ ਬਿਲਕੁਲ ਤੰਦਰੁਸਤ ਆ। ਮੈਨੂੰ ਨਾ ਗੋਰਕੀ ਸਾਹਿਬ, ਮਾਫ ਕਰਨਾ, ਮੇਰੇ ਮਿਸਿਸ ਜਿਹੜੀ ਹੈ ਬੈਠੀ ਹੈ, ਉਹ ਵੀ ਹੈਗੇ ਆ ਸਾਧਨਾ ਇਹਦੇ ਵਿੱਚ ਆਪਣੇ ਸੁਣ ਰਹੇ ਆ, ਤੇ ਮੈਨੂੰ ਮੈਂ ਕਿਹਾ ਵੀ ਬਹੁਤ ਬਹੁਤ ਵਧੀਆ ਆ ਜਿਹੜੇ ਕਬੀਰ ਸਾਹਿਬ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਤੇ ਬਈ ਸਾਡੇ ਔਗੁਣ ਪਤਾ ਲੱਗਦੇ ਆ। ਕਹਿੰਦੇ ਮੈਂ ਥਰਮਾਮੀਟਰ ਦਾ ਹੀ ਕੰਮ ਕਰਦੀ ਰਹੂੰਗੀ, ਕਹਿੰਦੇ ਮੈਨੂੰ ਧਿਆਨ ਸਿਮਰਨ ਕਰਨ ਨੂੰ ਕੀ ਪ੍ਰੋਬਲਮ ਹੈਗੀ ਆ। ਗੱਲ ਤੇ ਇਹੋ ਹੀ ਆ ਕਿ ਮੈਂ ਆਪਣੀ ਜੌਬ ਕਰਾਂ, ਤੁਸੀਂ ਆਪਣੀ ਜੌਬ ਕੰਪਲੀਟ ਕਰੋ। ਹੁਣ ਮੈਂ ਥਰਮਾਮੀਟਰ ਥੋੜੀ ਚੁੱਕ ਕੇ ਲਈ ਫਿਰਨਾ। ਹਾਂ, ਤੇ ਬਾਕੀ ਕੋਈ ਮਾੜੀ ਚੀਜ਼ ਨਹੀਂ ਜੀ, ਇਹ ਤੇ ਸੰਸਾਰ ਆ, ਔਰ ਸਾਧਕ ਲਈ ਬੜਾ ਵਧੀਆ ਆਪਸ਼ਨ ਹੈ। ਕਿਉਂਕਿ ਦੇਖੋ ਜਿਹੜਾ ਖਿਡਾਰੀ ਹੁੰਦਾ ਹੈ ਨਾ, ਔਖੀ ਬਾਲ ਜਦੋਂ ਆਉਂਦੀ ਹੈ ਨਾ, ਉਹਨੂੰ ਪਤਾ ਕਿੱਦਾਂ ਖੇਡਣੀ ਹੈ। ਜਿਹੜੀ ਸਿਰ ਤੋਂ ਉੱਤੋਂ ਦੀ ਆਉਂਦੀ ਹੈ ਗੋਰਖੀ ਸਾਹਿਬ, ਸਿਰ ਤੇ ਮੱਥੇ ਤੇ ਵੱਜਣੀ ਆ, ਉਹ ਸਿਰ ਥੱਲੇ ਕਰ ਲੈਂਦਾ। ਹਾਂ ਉੱਥੇ ਫਿਰ ਉਹ ਕਹਿੰਦੇ ਮੂਰਖ ਨਾਲ ਲੁੱਝ ਗਏ, ਫਿਰ ਉੱਥੇ ਉਹ ਟੈਕਨੀਕ ਵਰਤਦਾ ਕਿ ਇਹ ਵਾਦੀ ਗੱਲ ਨਹੀਂ ਆ, ਸਿਰ ਸਾਈਡ ਤੇ ਕਰ ਲਓ। ਐਵੇਂ ਇੱਥੇ ਭਲਵਾਨੀ ਵਾਲਾ ਕੋਈ ਕੰਮ ਨੀ ਗਾ, ਇੱਥੋਂ ਬੁੱਧੀ ਤੋਂ ਕੰਮ ਲੈਣਾ। ਇਹੋ ਜਿਹੀ ਜੀਵਨ ਹੈ ਕੀ ਆ। ਜੀਵਨ ਜਿਹਨੂੰ ਖੇਲਣਾ ਆਉਂਦਾ ਉਹ ਬੜੀ ਸੁਥਰੇ ਖਿਡਾਰੀ ਵਾਂਗੂ ਉਹ ਖੇਡ ਕੇ ਹੋ ਜਾਂਦਾ, ਤੇ ਜਿਹੜਾ ਮੇਰੇ ਵਰਗਾ ਖਲਾਰਾ ਪਾ ਕੇ ਬੈਠਾ ਰਹਿੰਦਾ ਉਹਦੇ ਸਫਰ ਹੀ ਨਹੀਂ ਕਰਦਾ, ਉੱਥੇ ਉਲਝਿਆ ਪਿਆ। ਇਹਨੂੰ ਸੁਧਾਰਾਂ, ਉਹਨੂੰ ਸੁਧਾਰਾਂ, ਉਹਨੂੰ ਸੁਧਾਰਾਂ, ਕੋਈ ਨਹੀਂ ਜੋ ਸੁਧਰਨਾ। ਜੇ ਤੁਹਾਡੇ ਕਹਿਣ ਤੇ ਕੋਈ ਸੁਧਰ ਗਿਆ ਨਾ, ਤੇ ਪਲੀਜ਼ ਮੈਨੂੰ ਫੋਨ ਕਰ ਦਿਓ। ਮੈਂ ਉਸ ਬੰਦੇ ਨੂੰ ਮਿਲਣਾ ਚਾਹੁੰਦਾ, ਉਹਦੇ ਨਾਲ ਗੱਲ ਕਰਨਾ ਚਾਹੁੰਦਾ। ਯਾਰ ਉਹਦੇ ਪ੍ਰਕਿਰਤੀ ਦਾ ਨਿਯਮ ਹੀ ਚੇਂਜ ਕਰਤਾ, ਕਿਉਂਕਿ ਤੁਹਾਡੇ ਕਹਿਣ ਤੇ ਨਹੀਂ ਕੋਈ ਸੁਧਰ ਸਕਦਾ। ਹਾਂ, ਮੈਂ ਆਪ ਸੁਧਰ ਸਕਦਾ, ਇਹ ਪੋਸੀਬਲ ਹੈਗਾ। ਕਹਿਣ ਤੇ ਕੋਈ ਨਹੀਂ ਸੁਧਰਦਾ, ਬਸ ਇੰਨਾ ਕਰੂਗਾ ਤੁਹਾਡੇ ਸਾਹਮਣੇ ਨਹੀਂ, ਉਹ ਬੇਵਕੂਫੀ ਕਰੂਗਾ, ਪਿੱਛੇ ਕਰ ਲੂਗਾ ਵਿਚਾਰਾ। ਇੰਨਾ ਫਰਕ ਪੈ ਸਕਦਾ ਇੰਨਾ। ਔਰ ਸਾਡੇ ਵਰਗਾ ਇੰਨੇ ਚ ਖੁਸ਼ ਹੋ ਜਾਂਦੇ ਆ, ਘਰੇ ਆਈਦਾ ਬੱਚੇ ਸਾਰੇ ਟੀਵੀ ਛੱਡ ਦਿੰਦੇ, ਕਿਤਾਬਾਂ ਕਤੂਬਾਂ ਫੜ ਕੇ ਬੈਠੇ ਹੁੰਦੇ ਆ, ਪਰ ਕੈਮਰੇ ਲਾ ਕੇ ਵੇਖ ਲਿਓ, ਜੇ ਤੁਸੀਂ ਬਾਹਰ ਚੱਲ ਜਾਂਦੇ, ਜਿਹੜਾ ਕੰਮ ਕਰਨ ਤੋਂ ਤੁਸੀਂ ਉਹਨਾਂ ਨੂੰ ਰੋਕਿਆ, ਉਹ ਤੁਹਾਡੇ ਤੋਂ ਬਾਅਦ ਕਰਦੇ। ਬਿਲਕੁਲ ਕਰਦੇ ਜ਼ਰੂਰ, ਕਿਉਂਕਿ ਉਹ ਮਜਬੂਰ ਹੈਗੇ ਨੇ। ਹਾਂਜੀ ਨਿਜਲ ਸਾਹਿਬ, ਇੱਕ ਹੋਰ ਕਰਨਾ ਕੁਛ ਕੇ ਹੋ ਗਿਆ। ਇੱਕ ਹੋਰ ਲੈ ਲਈਏ ਜੀ, ਅੱਜ ਲੇਟ ਸ਼ੁਰੂ ਕੀਤਾ ਸੀਗਾ। ਫਰੀਦਾ ਕਿੱਥੇ ਤੈਂਡੇ ਮਾਂ ਪਿਆ ਜਿਹੜੇ ਕਹਿੰਦੇ ਆ ਨਾ ਭਾਈ ਕਿ ਬਈ ਜਿਹੜਾ ਹੈਗਾ ਮੈਂ ਤਾਂ ਮਰਨਾ ਨਹੀਂ ਹੈਗਾ, ਤੇ ਆਹ ਦੇਖ ਲਓ ਭਾਈ ਫਰੀਦ ਜੀ ਕਹਿੰਦੇ ਆ ਦੱਸ ਚੰਗਾ ਭਾਈ ਤੇਰੇ ਮਾਂ ਪਿਓ ਕਿੱਥੇ ਆ, ਦੱਸ ਦੇ ਹੁਣ ਤੂੰ ਨਹੀਂ ਮਰਨਾ, ਚੱਲ ਤੇਰੇ ਮਾਂ ਪਿਓ ਕਿੱਥੇ ਆ ਦੱਸ। ਫਰੀਦਾ ਕਿੱਥੇ ਤੈਂਡੇ ਮਾਂ ਪਿਆ ਜਿੰਨੀ ਤੂੰ ਜਣਿਓ ਏ, ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਹੈ, ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਏ। ਕਹਿੰਦੇ ਤੇਰੇ ਕੋਲ ਉਹ ਚਲੇ ਗਏ ਭਾਈ, ਤੈਨੂੰ ਹਾਲੇ ਵੀ ਵਿਸ਼ਵਾਸ ਨਹੀਂ ਆ ਰਿਹਾ ਵੀ ਮੈਨੂੰ ਵੀ ਜਾਣਾ ਪਊਗਾ। ਤੂੰ ਜਿਹੜਾ ਹੈਗਾ ਬੜਾ ਜਿਹੜਾ ਹੈਗਾ ਭੋਗਾਂ ਦੇ ਵਿੱਚ ਜਿਹੜਾ ਗਲਤਾਨ ਹੋਇਆ ਪਿਆ ਆ ਪੂਰਾ, ਜਿਹੜਾ ਹੈਗਾ ਤੂੰ ਕੋ ਕਹਿੰਦੇ ਹੱਥ ਪੈਰ ਧੋ ਕੇ ਜਿਹੜਾ ਹੈਗਾ ਪਿੱਛੇ ਪਿਆ ਹੋਇਆ ਹੈ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਉਹ ਕਹਿੰਦੇ ਕਿ ਤੁਹਾਡੇ ਜੇ ਬਜ਼ੁਰਗ ਚੱਲ ਗਏ ਤੇ ਤੁਹਾਨੂੰ ਵੀ ਜਾਣਾ ਪੈਣਾ, ਇਹੋ ਪ੍ਰਕਿਰਤੀ ਦਾ ਨਿਯਮ। ਤੇ ਚਲੇ ਤੇ ਗਏ ਨੇ, ਫਿਰ ਵੇਖੋ ਕਿ ਉਹਨਾਂ ਦਾ ਜੀਵਨ ਕਿੱਦਾਂ ਦਾ। ਜ਼ਰੂਰੀ ਥੋੜੀ ਉਦਾਂ ਦਾ ਜੀਵਨ ਆਪਾਂ ਵੀ ਬਤੀਤ ਕਰੀਏ, ਕਮ ਸੇ ਕਮ ਆਪਾਂ ਤੇ ਆਪਣੇ ਆਪ ਨੂੰ ਅਪਗ੍ਰੇਡ ਕਰ ਲਈਏ ਨਾ। ਬਿਲਕੁਲ ਕਿਉਂਕਿ ਆਪਣੇ ਜੀਵਨ ਦੀ ਆਪਾਂ ਜ਼ਿੰਮੇਵਾਰ ਹੈਗੇ ਭਾਈ, ਉਹਦਾ ਆਪਾਂ ਨੂੰ ਫਲ ਮਿਲਣਾ ਹੈ। ਉਹ ਕਹਿੰਦੇ ਨਾ ਕਿ ਉਹ ਸ਼ਰਾਬੀ ਦੇ ਮੁੰਡੇ ਲਈ ਜ਼ਰੂਰੀ ਨਹੀਂ ਹੈ ਕਿ ਉਹ ਵੀ ਸ਼ਰਾਬ ਪੀ ਕੇ ਮਰੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ, ਬਿਲਕੁਲ। ਕਈ ਸ਼ਰਾਬੀਆਂ ਦੇ ਮੁੰਡੇ ਸ਼ਰਾਬ ਦੀ ਲੱਤ ਲੱਗ ਜਾਂਦੀ ਹੈ, ਕਈ ਜਿਹੜੇ ਹੈਗੇ ਬਿਲਕੁਲ ਸਾਰੀ ਉਮਰ ਜਿਹੜਾ ਹੈਗਾ ਉਹਨੂੰ ਹੱਥ ਵੀ ਨਹੀਂ ਲਾਉਂਦੇ। ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਦੇਖਿਆ ਹੁੰਦਾ, ਭੁਗਤਿਆ ਹੁੰਦਾ ਉਹਨਾਂ ਨੇ ਜੀਵਨ। ਹਾਂ, ਤੇ ਉਹਨਾਂ ਨੇ ਦੇਖਿਆ ਹੁੰਦਾ ਸਫਰਿੰਗ ਹੁੰਦੀ ਹੈ ਨਾ। ਇੱਕ ਬੰਦਾ ਤੁਰਿਆ ਫਿਰਦਾ ਹੈ ਤੇ ਉਹ ਚਲੋ ਠੀਕ ਹੈ, ਵੰਸ ਵਾਈਲ ਕਿਤੇ ਕਿਤੇ ਬੰਦਾ ਕਰ ਲੇ, ਬਟ ਜਦੋਂ ਬੰਦਾ ਐਡਿਕਟਡ ਹੋ ਜਾਂਦਾ ਹੈ ਫਿਰ ਉਹ ਸੋਚਦਾ ਕਿ ਮੈਂ, ਫਿਰ ਮਜਬੂਰ ਹੋ ਜਾਂਦਾ, ਫਿਰ ਉਹਦੇ ਔਰਗਨ ਉੱਤੇ ਕੰਟਰੋਲ ਕਰ ਲਈ। ਇਸ ਲਈ ਅਸੀਂ ਫਿਰ ਬਾਣੀ ਦੀ ਤੁਕ ਦੇ ਉੱਤੇ ਆ ਜਾਂਦੇ, ਜਾਨਤ ਵੀ ਔਗਣ ਕਰੀ। ਇਸੇ ਤਰ੍ਹਾਂ ਕਈ ਔਗਣ ਹੁੰਦੇ ਬੰਦੇ ਦੇ ਅੰਦਰ, ਇੱਕ ਦੇਰ ਸੋ ਮੈਨੀ ਥਿੰਗ। ਤੇ ਆਪਾਂ ਤੇ ਉਹ ਵਿਚਾਰ ਕਰਦੇ ਹਾਂ, ਆਪਣੇ ਜੀਵਨ ਨੂੰ ਵੇਖੀਏ ਤੇ ਸਮਝੀਏ ਕਿ ਇੱਥੇ ਕਿੱਥੇ ਕਮੀ ਆ, ਜਿੱਥੇ ਕਮੀ ਉਹਨੂੰ ਫਿਕਸ ਕਰ ਲਓ,
ਹੁਣ ਸਵੇਰੇ ਤੁਹਾਡੀ ਗੱਡੀ ਹੈ, ਤੁਹਾਨੂੰ ਹੀ ਲੀਰ ਮਾਰਨੀ ਪੈਣੀ ਆ ਜਿੱਥੇ ਸਮਝਦਾ ਹੈ। ਚਾਦਰ ਚੁੱਦਰ ਆਪਾਂ ਹੀ ਸੈੱਟ ਕਰਦੇ ਹਾਂ, ਕਿਉਂਕਿ ਦੂਜਿਆਂ ਦੇ ਮੂੰਹ ਵੱਲ ਵੇਖੋਗੇ ਤੇ ਦੂਜੇ ਤੇ ਤੁਸੀਂ ਡਿਪੈਂਡੈਂਟ ਹੋ ਜਾਓਗੇ। ਇਹੋ ਹਿਸਾਬ ਸਾਡਾ ਜੀਵਨ ਆ। ਜਿੱਥੇ ਸਾਨੂੰ ਕਮੀ ਪੇਸ਼ੀ ਲੱਗਦੀ ਉਹਨੂੰ ਫਿਕਸ ਕਰ ਲਓ ਤੇ ਆਟੋਮੈਟਿਕਲੀ ਸਭ ਕੁਝ ਸੈੱਟ ਹੋ ਜਾਣਾ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨੂੰ ਅੱਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਪਿੱਛੇ ਸੁਣ ਕੇ ਮਾਫ ਕਰੋ ਕਿ ਤੁਝ ਕੋ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਇੱਕ ਸਾਧਕ ਨੇ, ਉਹ ਕਹਿੰਦੇ ਨੇ ਕਿ ਮੇਰੇ ਘਰ ਦੇ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਉਣ ਦੀ ਲੱਤ ਲੱਗ ਗਈ ਹੈ ਤੇ ਜਿਹਦੇ ਕਰਕੇ ਉਹ ਜੀਵਨ ਕਾਫੀ ਗੜਬੜ ਹੋ ਗਿਆ। ਮੇਰੇ ਕੋਲ ਆਪ ਉਹਨਾਂ ਨੂੰ ਸਮੱਤ ਬਖਸ਼ੋ ਮੇਰੇ ਪਿਤਾ, ਤਾਂ ਜੋ ਇੱਕ ਆਪਣਾ ਸਹੀ ਤਰੀਕੇ ਨਾਲ ਜੀਵਨ ਬਤੀਤ ਕਰਨ, ਇਸ ਲੱਤ ਤੋਂ ਮੁਕਤ ਹੋ ਜਾਣ ਮੇਰੇ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।